ਸੰਗਤ ਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਭਲਾ ਕਰੇ। ਮਾਤਾ ਆਪਾਂ ਮਗਰ ਤੇਰੇ ਜਨਰੇਟਰ ਚੱਲਣ ਦੇ ਅੱਜ ਆਪਾਂ ਸਾਰੇ ਮੈਗ ਬੰਦ ਕਰਤਾ ਭਰਾ। ਅੱਜ ਆਪਾਂ 140 ਅੰਕ ਤੋਂ ਗਿਆਨ ਸ਼ੁਰੂ ਕਰਨਾ ਹੈ। 7ਵੀਂ ਜਿਹੜੀ ਹੈਗੀ ਆਪਾਂ ਨੇ ਜਿਹੜੀ ਇਹ ਵਾਰ ਹੈਗੀ ਆ ਮਾਝਦ ਰਾਗ ਦੇ ਵਿੱਚ ਪਹਿਲੀ ਪਾਤਸ਼ਾਹੀ ਦੀ ਵਾਰ, ਉਹਦੀ ਜਿਹੜੀ 7ਵੀਂ ਪੌੜੀ ਲੈਣੀ ਆ ਆਪਾਂ ਨੇ। ਉਸ ਤੋਂ ਪਹਿਲਾਂ ਸ਼ਲੋਕ ਹੈਗੇ ਸ਼ਲੋਕ ਮਹੱਲਾ ਪਹਿਲਾ। ਔਰ ਇਸ ਤੋਂ ਪਹਿਲਾਂ ਜਿਹੜਾ ਹੈਗਾ ਮਹਾਰਾਜ ਨੇ ਦੱਸਿਆ ਸੀ ਆਪਾਂ ਨੂੰ ਬਈ ਭਗਤੀ ਕਰਨ ਦੇ ਵਾਸਤੇ ਪਿਆਰਿਆ, ਜੋ ਵੀ ਤੈਨੂੰ ਸਵਾਸ ਮਿਲਿਆ ਨਾ, ਜਿਹੜਾ ਵੀ ਦਿਨ ਹੈ, ਜਿਹੜਾ ਵੀ ਮਹੀਨਾ ਹੈਗਾ, ਜਿਹੜੀ ਵੀ ਰੁੱਤ ਹੈਗੀ ਆ ਨਾ, ਸਾਰੀਆਂ ਵਧੀਆ ਹੈਗੀਆਂ। ਦਿਨ ਹੈਗਾ, ਰਾਤ ਹੈਗਾ, ਸਾਰਾ ਵਧੀਆ ਹੈਗਾ। ਭਗਤੀ ਕਰਨ ਦੇ ਵਾਸਤੇ ਹਰ ਟਾਈਮ ਵਧੀਆ ਹੈਗਾ। ਤੇ ਔਰ ਇੱਕ ਹੋਰ ਚੀਜ਼ ਮਹਾਰਾਜ ਨੇ ਦੱਸੀ ਸੀ ਬਈ ਕੱਲਾ ਗਿਆਨ ਲੈਣ ਦੇ ਨਾਲ ਜਿਹੜਾ ਹੈਗਾ ਤੇਰਾ ਕੰਮ ਨਹੀਂ ਹੋਣਾ। ਇਹ ਲੱਭ ਲੋਭ ਅਹੰਕਾਰ ਜਿਹੜੇ ਹੈਗੇ, ਪੜ੍ਹਿਆ ਮੂਰਖ ਆਖੀਏ, ਗਿਆਨ ਲਿਆ ਤਾਂ ਵੀ ਮੂਰਖ ਹੀ ਖਵਾਏਗਾ। ਜੇ ਗਿਆਨ ਨੂੰ ਕਮਾਏਗਾ ਨਹੀਂ ਫਿਰ ਤਾਂ ਮਹਾਮੂਰਖ ਹੋ ਗਿਆ। ਗਿਆਨ ਵੀ ਲੈ ਲਿਆ ਤੇ ਗਿਆਨ ਦਾ ਕੁਝ ਕੀਤਾ ਹੀ ਨਹੀਂ। ਦੀਵਾ ਵੀ ਲੈ ਲਿਆ ਤੇ ਫਿਰ ਠੋਕਰਾਂ ਖਾਈ ਜਾਂਦਾ ਹੈ। ਇਸ ਕਰਕੇ ਭਾਈ ਗਿਆਨ ਲਿਆ ਤੇ ਉਹਦੀ ਵਿਚਾਰ ਕਰ। ਨਾਮ ਪੜ੍ਹੀਏ, ਨਾਮ ਪੜ੍ਹ ਗਿਆਨ ਦੇ ਵਿੱਚੋਂ ਨਾਮ ਬੁੱਝ। ਨਾਮ ਨੂੰ ਨਾਮ ਪੜ੍ਹੀਏ, ਨਾਮ ਬੁੱਝੀਏ, ਗੁਰਮਤਿ ਵਿਚਾਰਾ। ਗੁਰੂ ਦੀ ਮੱਤ ਦਾ ਵਿਚਾਰ ਕਰ। ਫਿਰ ਨਾਮ ਦਾ ਧਨ ਇਕੱਠਾ ਕਰ। ਗੁਰਮਤਿ ਨਾਮ ਧਨ ਖੱਟਿਆ, ਭਗਤੀ ਭਰੇ ਭੰਡਾਰਾ। ਭਗਤੀ ਦੇ ਭੰਡਾਰ ਪਰ ਫਿਰ ਨਾਮ ਮਨ ਦੇ ਵਿੱਚ ਵਸ ਜਾਏਗਾ ਔਰ ਫਿਰ ਨਾਮ ਜਿਹੜਾ ਹੈਗਾ ਤੈਨੂੰ ਉਹ ਅੰਮ੍ਰਿਤ ਮਿਲ ਜਾਏਗਾ ਭਾਈ। ਕਿਉਂਕਿ ਉਸ ਮਾਲਕ ਪਰਮਾਤਮਾ ਨੇ ਆਹੀ ਗੇਮ ਬਣਾਈ ਆ। ਉਸੇ ਦੇ ਜੀਓ ਪ੍ਰਾਣ ਹੈਗੇ ਆ, ਉਸੇ ਦੀ ਜੋਤ ਹੈਗੀ ਆ, ਉਹੀ ਸਾਹੂਕਾਰ ਹੈਗਾ। ਔਰ ਇਸੇ ਦੇ ਵਾਸਤੇ ਉਹਨੇ ਸਾਰੇ ਸੰਸਾਰ ਨੂੰ ਜਿਹੜਾ ਹੈਗਾ ਵਣਜ ਕਰਨ ਵਾਸਤੇ ਭੇਜਿਆ ਹੈ ਆਪਾਂ ਨੂੰ ਮਨੁੱਖੀ ਜੂਨ ਦੇ ਵਿੱਚ। ਅਗਲੀ ਪੌੜੀ ਪਹਿਲਾ ਸ਼ਲੋਕ ਆ ਗਿਆ। ਅੰਗ 140 140 ਸ਼ਲੋਕ ਮਹੱਲਾ ਪਹਿਲਾ। ਮਿਹਰ ਮਸੀਤ। ਹੁਣ ਮਹਾਰਾਜ ਮੁਸਲਮਾਨ ਦੀ ਗੱਲ ਕਰ ਰਹੇ ਆ। ਦੇਖੋ ਬਾਣੀ ਜਿਹੜੀ ਹੈਗੀ ਨਾ, ਹਿੰਦੂ ਮੁਸਲਮਾਨ ਸਿੱਖ ਈਸਾਈ ਦੀ ਗੱਲ ਨਹੀਂ, ਬਾਣੀ ਤਾਂ ਇਨਸਾਨ ਦੀ ਗੱਲ ਕਰ ਰਹੀ। ਕਹਿੰਦੇ ਆਓ ਅਸੀਂ ਦੱਸੀਏ ਵੀ ਹੁਣ ਤੁਹਾਨੂੰ ਵੀ ਮੁਸਲਮਾਨ ਕਿਹਨੂੰ ਕਹਿੰਦੇ ਆ। ਸ਼ਲੋਕ ਮਹੱਲਾ ਪਹਿਲਾ ਪਹਿਲੀ ਪਾਤਸ਼ਾਹੀ ਦੱਸ ਰਹੀ ਹੈ ਭਾਈ ਮੁਸਲਮਾਨ ਕਿਹਨੂੰ ਕਹਿੰਦੇ ਆ। ਮਿਹਰ ਮਸੀਤ ਕਹਿੰਦੇ ਪਹਿਲਾਂ ਤਾਂ ਭਾਈ ਮਿਹਰ ਦਾ ਮਤਲਬ ਹੈ ਵੀ ਰੱਬ ਦੀ ਮਿਹਰ। ਰੱਬ ਦੀ ਮਿਹਰ ਤਾਂ ਸਾਰਿਆਂ ਦੇ ਉੱਤੇ ਆ ਭਾਈ। ਮਿਹਰ ਦਾ ਮਤਲਬ ਇਹ ਆ ਵੀ ਸਾਰਿਆਂ ਦੇ ਉੱਤੇ ਜਿਹੜਾ ਹੈਗਾ ਆਪਾਂ ਨੇ ਸਾਰਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨੀ ਹੈ, ਸਾਰਿਆਂ ਦੀ ਖੈਰ ਮੰਗਣੀ ਹੈ। ਮਿਹਰ ਮਸੀਤ ਤਾਂ ਤੂੰ ਮਸੀਤ ਦੇ ਵਿੱਚ ਹੈਗਾ ਹੈ। ਸਿਦਕ ਮੁਸੱਲਾ ਤੇ ਸਿਦਕ ਰੱਖਣਾ ਹੈ, ਪਰਮਾਤਮਾ ਦੇ ਉੱਤੇ ਭਰੋਸਾ ਰੱਖਣਾ ਹੈ। ਕਿਉਂਕਿ ਨਮਾਜ਼ ਪੜ੍ਹਨ ਦੇ ਵਾਸਤੇ ਮਸਜਿਦ 'ਚ ਜਾਂਦੇ ਆ, ਫਿਰ ਮੁਸੱਲਾ ਹੁੰਦਾ ਹੈ, ਫਿਰ ਕੁਰਾਨ ਜਿਹੜੀ ਹੈਗੀ ਆ, ਫਿਰ ਜਿਹੜੀ ਹੈਗੀ ਆ ਇਹ ਲੋਕ ਸੁੰਨਤ ਕਰਦੇ ਆ ਸੁੰਨੀ ਮੁਸਲਮਾਨ ਬਣਨ ਦੇ ਵਾਸਤੇ, ਫਿਰ ਰੋਜ਼ੇ ਰੱਖਦੇ ਆ, ਫਿਰ ਕਾਬੇ ਜਾਂਦੇ ਆ, ਫਿਰ ਕਲਮਾ ਨਮਾਜ਼ ਪੜ੍ਹਦੇ ਆ, ਫਿਰ ਪੀਰ ਦੇ ਕੋਲ ਜਾਂਦੇ ਆ, ਫਿਰ ਤਸਬੀਹ ਫੇਰਦੇ ਆ ਮਾੜਾ। ਹੁਣ ਮਹਾਰਾਜ ਜਿਹੜੇ ਪਹਿਲੀ ਪਾਤਸ਼ਾਹੀ ਮੁਸਲਮਾਨ ਕਿਹਨੂੰ ਕਹਿੰਦੇ ਆ, ਇਹ ਬਾਣੀ ਮੁਸਲਮਾਨ ਕਿਹਨੂੰ ਕਹਿੰਦੀ ਆ, ਉਹਦੇ ਬਾਰੇ ਗਿਆਨ ਦੇ ਰਹੇ। ਪਹਿਲੀ ਤਾਂ ਮਿਹਰ ਮਸੀਤ। ਕਹਿੰਦੇ ਸਾਰਿਆਂ ਦੀ ਮਿਹਰ, ਸਾਰਿਆਂ ਦੀ ਭਲਾ ਮੰਗੇ, ਸਾਰਿਆਂ ਦੀ ਖੈਰ ਮੰਨੇ। ਆਹ ਮਸੀਤ ਆ ਭਾਈ, ਮਸੀਤ ਹੋ ਗਿਆ। ਸਿਦਕ ਮੁਸੱਲਾ, ਜੇ ਸਿਦਕ ਹੈਗਾ, ਭਰੋਸਾ ਹੈਗਾ ਤੇ ਮੁਸੱਲਾ ਵੀ ਵਿਛ ਗਿਆ ਜਿਹਦੇ ਉੱਤੇ ਬੈਠ ਕੇ ਨਮਾਜ਼ ਪੜ੍ਹਨੀ ਹੈ। ਹੱਕ ਹਲਾਲ ਕੁਰਾਨ ਕਹਿੰਦੇ ਹੱਕ ਦੀ ਕਮਾਈ, ਹਲਾਲ ਦੀ ਕਮਾਈ, ਹਰਾਮ ਦੀ ਨਹੀਂ, ਹਲਾਲ ਦੀ ਮਿਹਨਤ ਦੀ, 10 ਦੀ ਮਿਹਨਤ ਦੀ ਜੇ ਕਮਾਈ ਹੈਗੀ ਤੇ ਕੁਰਾਨ ਵੀ ਆ ਗਈ ਤੇਰੇ ਕੋਲ। ਸ਼ਰਮ ਸੁन्नत और
ਅਵਗੁਣ ਕਰਨ ਤੋਂ ਜੇ ਤੂੰ ਆਪਣੇ ਆਪ ਨੂੰ ਬਚਾ ਰਿਹਾ ਆ, ਤੈਨੂੰ ਸ਼ਰਮ ਆ, ਮਾੜੇ ਕੰਮ ਕਰਨ ਤੋਂ ਸ਼ਰਮ ਆਉਂਦੀ ਆ, ਸ਼ਰਮ ਰੱਖਦਾ ਆ, ਤੇ ਸੁੰਨਤ ਹੋ ਗਈ ਤੇਰੀ, ਸੁੰਨੀ ਹੋ ਗਿਆ, ਸੁੰਨੀ ਮੁਸਲਮਾਨ। ਸੀਲ ਰੋਜ਼ਾ, ਸੀਲ ਨਿਮਰਤਾ ਦਾ ਸੁਭਾਅ, ਗਰੀਬੀ ਦਾ ਸੁਭਾਅ, ਸੀਲ ਰੱਖਣਾ। ਵੱਢ ਖਾਓ ਨਹੀਂ ਹੋਣਾ ਹਰੇਕ ਨੂੰ, ਵੱਢ ਊਂਠ ਮੰਗੋ। ਸੀਲ ਰੋਜ਼ਾ ਹੋ ਮੁਸਲਮਾਨ, ਤੇ ਤਾਂ ਭਾਈ ਮੁਸਲਮਾਨ ਹੋ ਸਕਦਾ ਹੈ ਜੇ ਤੇਰਾ ਜਿਹੜਾ ਹੈਗਾ ਨਿਮਰਤਾ ਹੈਗੀ ਆ ਸਾਰੀਆਂ ਚੀਜ਼ਾਂ ਹੈਗੀਆਂ ਤੇਰੇ ਕੋਲ, ਤਾਂ ਮੁਸਲਮਾਨ ਹੈਗਾ। ਇਸ ਤਰ੍ਹਾਂ ਮੁਸਲਮਾਨ ਹੋ ਸਕਦਾ ਹੈ। ਅੱਗੇ ਕਰਨੀ ਕਾਬਾ, ਤੇਰੀ ਕਰਨੀ ਜਿਹੜੀ ਹੈਗੀ ਚੰਗੀ ਕਰਨੀ, ਇਹ ਕਾਬਾ ਹੈਗਾ। ਇਹ ਕਾਬੇ ਦੇ ਦਰਸ਼ਨ ਹੋ ਗਏ ਭਾਈ, ਯਾਤਰਾ ਹੋ ਗਈ ਕਾਬੇ ਦੀ। ਸੱਚ ਪੀਰ, ਜੇ ਤੇਰੇ ਜੀਵਨ ਦੇ ਵਿੱਚ ਸੱਚ ਹੈਗਾ ਤੇ ਤੇਰੇ ਕੋਲ ਪੀਰ ਆ, ਤੇਰਾ ਗੁਰੂ ਵੀ ਹੋ ਗਿਆ, ਪੀਰ ਵੀ ਧਾਰ ਲਿਆ ਤੂੰ। ਕਲਮਾ ਕਰਮ ਨਿਵਾਸ, ਤੇ ਤੇਰੇ ਕਰਮ ਜਿਹੜੇ ਹੈਗੇ ਆ ਉਹ ਤੇਰਾ ਕਲਮਾ ਹੈਗਾ, ਉਹ ਤੇਰੀ ਨਮਾਜ਼ ਹੈਗੀ ਆ। ਕਲਮਾ ਕਰਮ ਨਿਵਾਸ, ਚੰਗੇ ਕਰਮ ਤੇਰੇ ਜਿਹੜੇ ਹੈਗੇ ਉਹ ਕਲਮਾ ਹੈਗਾ, ਨਮਾਜ਼ ਹੈਗੀ ਆ। ਤਸਬੀ ਸਾ ਤਿਸ ਭਾਵਸੀ, ਨਾਨਕ ਰੱਖੇ ਲਾਜ। ਤਸਬੀ ਸਾ ਤਿਸ ਭਾਵਸੀ, ਕਹਿੰਦੇ ਤਸਬੀ ਤੇਰੇ ਕੋਲ ਜਿਹੜੀ ਆ, ਮਾਲਾ ਤੇਰੇ ਕੋਲ ਤਾਂ ਆਊਗੀ ਜੇ ਤੂੰ ਪਰਮਾਤਮਾ ਜੋ ਕਰ ਰਿਹਾ ਹੈ, ਜੋ ਮਾਲਕ ਨੂੰ ਭਾਉਂਦਾ ਆ, ਉਹ ਕੰਮ ਤੂੰ ਕਰੇਗਾ। ਤਸਬੀ ਸਾ ਤਿਸ ਭਾਵਸੀ, ਨਾਨਕ ਰੱਖੇ ਲਾਜ। ਜੇ ਤੈਨੂੰ ਜਿਹੜਾ ਹੈਗਾ, ਜੇ ਆਹ ਤਰੀਕੇ ਦੇ ਨਾਲ ਇਸ ਤਰ੍ਹਾਂ ਮੁਸਲਮਾਨ ਬਣ ਰਿਹਾ ਹੈ, ਕਰ ਰਿਹਾ ਹੈ, ਤੇ ਮਾਲਕ ਪਰਮਾਤਮਾ ਨੂੰ ਤੂੰ ਪਾ ਜਾਏਗਾ ਭਾਈ, ਔਰ ਲਾਜ ਰੱਖੇਗਾ ਉਹ ਮਾਲਕ ਪਰਮਾਤਮਾ। ਆਹ ਮੁਸਲਮਾਨ ਬਣਨਾ। ਇਹ ਆਪਾਂ ਨੂੰ ਵੀ ਭਾਈ ਆਹੀ ਕੁਛ ਆਪਾਂ ਨੂੰ ਕਰਨਾ ਪੈਣਾ ਹੈ। ਹਾਂਜੀ ਗੋਰਖੀ ਸਾਹਿਬ। ਹਾਂਜੀ ਨੀਜੇ ਸਰ, ਠੀਕ ਹੈ ਜੀ। ਪਹਿਲੀ ਤੁਕ ਬੋਲੋ ਆਪ। ਮਿਹਰ ਮਸੀਤ, ਮਿਹਰ ਸਾਰਿਆਂ ਤੇ ਮਿਹਰ ਕਰਨੀ ਹੈ, ਸਾਰਿਆਂ ਦੀ ਖੈਰ ਮੰਗਣੀ ਹੈ, ਸਾਰਿਆਂ ਦਾ ਭਲਾ ਸੋਚਣਾ ਹੈ। ਸਿਦਕ ਮੁਸੱਲਾ, ਸਿਦਕ ਰੱਖਣਾ ਹੈ, ਭਰੋਸਾ ਰੱਖਣਾ ਹੈ ਮਾਲਕ ਦੇ ਉੱਤੇ। ਇਹ ਮੁਸੱਲਾ ਹੈ। ਹੱਕ ਹਲਾਲ, ਕੁਰਾਨ, ਹੱਕ ਦੀ ਕਮਾਈ ਖਾਣੀ, 10 ਨੌਹਾਂ ਦੀ ਕਿਰਤ ਦੀ ਕਮਾਈ ਕਰਨੀ, ਤੇ ਇਹ ਕੁਰਾਨ ਹੈਗੀ ਆ। ਹਾਂਜੀ ਵੀਰ ਜੀ। ਹਾਂਜੀ, ਉਹ ਕਹਿ ਰਹੇ ਨੇ ਸਭ ਤੋਂ ਪਹਿਲੀ ਗੱਲ ਕਿ ਕਹਿੰਦੇ ਜਿਹੜੀ ਮਸੀਹਤ ਹੈ ਨਾ, ਉਹ ਤੇਰੀ ਮਿਹਰ ਦੀ ਹੋਣੀ ਚਾਹੀਦੀ, ਨਾ ਕਿ ਪੱਥਰਾਂ ਦੀ ਹੋਣੀ ਚਾਹੀਦੀ ਆ। ਜੋ ਬਿਲਡਿੰਗ ਨਹੀਂ ਹੋਣੀ ਚਾਹੀਦੀ ਜਿੱਥੇ ਤੂੰ ਜਾ ਕੇ ਨਮਾਜ਼ ਅਦਾ ਕਰਦਾ, ਤੇਰੀ ਮਸੀਹਤ ਜਿਹੜੀ ਹੋਣੀ ਚਾਹੀਦੀ ਉਹ ਮਿਹਰ ਦੀ ਹੋਣੀ ਚਾਹੀਦੀ ਆ। ਹਮੇਸ਼ਾ ਦੂਜੇ ਤੇ ਦਇਆ ਹੀ ਕਰਨੀ ਹੈ ਤੂੰ। ਬਿਲਕੁਲ। ਫਿਰ ਜਿਹੜਾ ਮੁਸੱਲਾ ਜਿਹੜਾ ਹੁੰਦਾ, ਜਿੱਥੇ ਸਾਧ ਸੰਗਤ ਜੀ ਮੁਸਲਮਾਨ ਲੋਕ ਲੰਮੇ ਪੈ ਕੇ ਨਮਾਜ਼ ਅਦਾ ਕਰਦੇ ਆ ਨਾ, ਉਹ ਮੁਸੱਲਾ, ਠੀਕ ਹੈ ਜੀ। ਬਿਲਕੁਲ। ਤੇ ਉਹ ਕਹਿੰਦੇ ਤੇਰਾ ਸਿਦਕ ਦਾ ਹੋਣਾ ਚਾਹੀਦਾ। ਸਿਦਕ ਦਾ ਭਾਵ ਕਿ ਕਹਿੰਦੇ ਲੈਣ ਚੋਂ ਐਵੇਂ ਬਹਿ ਜਾ ਇੱਕ ਜਗ੍ਹਾ ਤੇ, ਐਵੇਂ ਨਾ ਭੁੜਕੀ ਜਾ। ਜਿੱਦਾਂ ਲੰਗਰ ਵਰਤਾਉਂਦੇ ਨਾ, ਤੇ ਕਈ ਮੇਰੇ ਵਰਗੇ ਐਵੇਂ ਭੁੜਕੀ ਜਾਂਦੇ ਆ। ਉਹ ਕਹਿੰਦੇ ਇੱਕ ਥਾਂ ਸਿਦਕ ਨਾ ਬਹਿ ਜਾ, ਤੇਰਾ ਜਦੋਂ ਵਾਰੀ ਆਊਗੀ ਤੈਨੂੰ ਮਿਲ ਜਾਏਗਾ। ਤੇ ਜੇਕਰ ਡਿਲੇ ਹੋ ਰਿਹਾ ਹੈ, ਇਹਦਾ ਮਤਲਬ ਤੇਰਾ ਨੰਬਰ ਨਹੀਂ ਲੱਗਿਆ। ਸਹੀ ਨੇ ਜੀ ਸਾਹਿਬ? ਬਿਲਕੁਲ। ਫਿਰ ਕਹਿੰਦੇ ਹੱਕ ਹਲਾਲ ਕੁਰਾਨ, ਤੇ ਜਿਹੜੀ ਕੁਰਾਨ ਦੀ ਨਮਾਜ਼ ਪੜ੍ਹਦਾ ਹੈ ਉਹ ਤੇਰਾ ਹੱਕ ਹੋਣਾ ਚਾਹੀਦਾ ਹੈ, ਤੇ ਹਲਾਲ ਦਾ ਖਾਣਾ ਵਾ। ਹਲਾਲ ਦਾ ਤੇ ਹਰਾਮ ਦਾ ਦੋ ਚੀਜ਼ਾਂ ਨੇ ਮੁਸਲਮਾਨ ਦੇ ਵਿੱਚ, ਧਰਮ ਚ। ਹਲਾਲ ਦਾ ਮਤਲਬ ਜੋ ਆਪਣਾ ਕੰਮ ਕੀਤਾ ਪੈਸੇ ਲਿਆਂਦੇ। ਹਰਾਮ ਦਾ ਮਤਲਬ ਕੰਮ ਮੈਂ 300 ਦਾ ਕੀਤਾ, ਪੈਸੇ ਮੈਂ 1000 ਲੈ ਆਇਆ। ਕੰਮ ਏਦਾਂ ਮੈਂ ਕੀਤਾ, ਮੈਂ ਆਪ ਕੀਤਾ, ਮੈਂ ਦੂਜੇ ਦੇ ਵੀ ਕਮਿਸ਼ਨ ਖਾ ਆਇਆ। ਇਹ ਸਭ ਪੰਗੇ ਆ। ਉਹ ਕਹਿੰਦੇ ਵਧੀਆ ਚੀਜ਼ਾਂ ਨਹੀਂ ਹੈਗੀਆਂ। ਮਤਲਬ ਅਗਲੇ ਨੂੰ ਨਹੀਂ ਪਤਾ, ਪਰ ਤੁਸੀਂ ਉਹ ਕੁਛ ਕਰ ਰਹੇ ਜੋ, ਦੂਜੇ ਦਾ ਹੱਕ ਤੁਸੀਂ ਖਾ ਰਹੇ ਜੋ। ਮਿਹਨਤ ਕਰੋ, ਕੋਈ ਗੱਲ ਨਹੀਂ, ਕਮਿਸ਼ਨ ਲੈ ਲਓ, ਕੋਈ ਪ੍ਰੋਬਲਮ ਨਹੀਂ ਆ। ਪਰ ਜਦੋਂ ਅਗਲਾ ਅਨਭੋਲ ਆ, ਉਹਨੂੰ ਨਹੀਂ ਪਤਾ, ਔਰ ਤੁਸੀਂ ਉਹ ਚੀਜ਼ ਦਾ ਫਾਇਦਾ ਉਠਾ ਰਹੇ ਜੋ, ਉਹ ਫਿਰ ਹਰਾਮ ਹੋ ਜਾਏਗਾ। ਉਹ ਮਾੜੀ ਚੀਜ਼ ਹੈ, ਕਿਉਂਕਿ ਤੁਸੀਂ ਕੁਝ ਹੋਰ ਕਰਤਾ, ਇੱਕ ਅਲੱਗ ਕਰਮ ਕਰਤਾ। ਅੱਗੇ ਚਲੀ ਨਿਕਲੇ ਸਾਹਿਬ। ਸ਼ਰਮ ਸੁੰਨਤ, ਕਹਿੰਦੇ ਸ਼ਰਮ
ਔਗੁਣਾਂ ਤੋਂ, ਮਾੜੇ ਕੰਮਾਂ ਤੋਂ ਸ਼ਰਮ ਰੱਖਣੀ, ਸੰਕੋਚ ਕਰਨਾ, ਇਹ ਸੁੰਨਤ ਹੈਗੀ ਆ। ਸੀਲ ਰੋਜ਼ਾ, ਸੀਲ ਸੁਭਾਅ ਰੱਖਣਾ, ਬਿਲਕੁਲ ਨਿਮਰਤਾ ਰੱਖਣੀ। ਕੋਈ ਕਿਸੇ ਨੇ ਕੁਛ ਕਹਿ ਰਿਹਾ ਫਿਰ ਵੀ ਆਪਾਂ ਸੀਲ ਰੱਖੋ, ਡਾਊਨ ਟੂ ਅਰਥ ਰਹੋ। ਹੋ ਮੁਸਲਮਾਨ, ਕਹਿੰਦੇ ਮੁਸਲਮਾਨ ਹੋ ਜਾ ਭਾਈ, ਆਹ ਗੁਣ ਧਾਰਨ ਕਰ, ਮੁਸਲਮਾਨ ਹੋ ਜਾ। ਹਾਂਜੀ ਵੀਰ ਜੀ। ਇੱਕ ਪੰਜਾਬੀ ਚ ਕਹਾਵਤ ਆ, ਕਹਿੰਦੇ ਜਿੰਨੇ ਲਾਈ ਲੋਈ ਉਹਦਾ ਕੀ ਕਰੂ ਕੋਈ। ਸ਼ਰਮ ਦਾ ਮਤਲਬ ਹੁੰਦਾ ਹੈ, ਸ਼ਰਮ ਦੇ ਵਿੱਚ ਇੱਕ ਦੇਖੋ ਸ਼ਰਮ ਕੀ ਹੁੰਦਾ ਹੈ ਕਿ ਥੋੜੀ ਜੀ ਉਹ ਕਰਮ ਕਰਦਾ ਹੈ, ਉਹ ਸ਼ਰਮ ਕਰਦਾ ਹੈ, ਉਹ ਆਲੇ ਦੁਆਲੇ ਦਾ ਭਾਵ ਰੱਖਦਾ ਹੈ। ਇਹ ਨਹੀਂ ਕਿ ਜੋ ਮਤਲਬ ਦਿਲ ਕੀਤਾ ਕਰਤਾ ਇਹਨੇ, ਉਹ ਲਾਗੇ ਬੰਨੇ ਆਪਣੇ ਅੰਦਰ ਇਹ ਚੇਤਨਾ ਬਣਾ ਕੇ ਰੱਖਦਾ ਹੈ ਕਿ ਲਾਗੇ ਬੰਨੇ ਵਾਲੇ ਕੀ ਸੋਚਦੇ ਨੇ, ਮੇਰੇ ਬਾਰੇ ਕੀ ਮਾੜਾ ਤਾਂ ਨਹੀਂ ਸੋਚਣਗੇ। ਇਸ ਤਰ੍ਹਾਂ ਜੀਵਨ ਬਤੀਤ ਕਰਦਾ। ਹੁਣ ਇੱਥੇ ਦੇਖੋ ਪਲੀਜ਼ ਆਪ ਅੰਡਰਸਟੈਂਡ ਕਰੋ, ਉਹ ਕੀ ਕਹਿ ਰਹੇ ਨੇ, ਸੁਨਤ। ਸੁਨਤ ਦਾ ਮਤਲਬ ਦੇਖੋ, ਇਹ ਮੁਸਲਮਾਨ ਕੀ ਕਰਦੇ ਆ, ਇਹ ਸੁੰਨੀ ਮੁਸਲਮਾਨ ਹੁੰਦੇ ਤੇ ਸ਼ੀਆ ਮੁਸਲਮਾਨ ਹੁੰਦੇ ਆ, ਠੀਕ ਹੈ ਜੀ। ਇਹ ਮਤਲਬ ਇਹ ਬੰਦੇ ਦੇ ਸਰੀਰ ਤੇ ਨਾ ਕੱਟ ਲਾ ਦਿੰਦੇ ਆ ਔਰ ਉਹ ਫਿਰ ਉਹਨੂੰ ਮੁਸਲਮਾਨ ਬਣਾ ਦਿੰਦੇ। ਉੱਪਰ ਕਹਿੰਦੇ ਕਿ ਇਹ ਕੋਈ ਸੁੰਨਤ ਤੇਰੀ ਸਹੀ ਨਹੀਂ ਹੈਗੀ। ਜੇ ਤੂੰ ਸੁੰਨਤ ਕਰਨਾ ਚਾਹੁੰਦਾ ਹੈ ਤੇ ਸ਼ਰਮ ਦੀ ਸੁੰਨਤ ਕਰ। ਕੋਈ ਪ੍ਰੈਕਟੀਕਲੀ ਚਾਹੀਦਾ ਵਾ ਉੱਥੇ, ਸਾਨੂੰ ਤੇਰੇ ਜੀਵਨ ਚ ਉਚਾਈ ਹੋਣੀ ਚਾਹੀਦੀ ਆ। ਤੂੰ ਜੇ ਆਪਣੇ ਸਰੀਰ ਦੇ ਕਿਸੇ ਹਿੱਸੇ ਤੇ ਕੱਟ ਲਾ ਦੇਣਾ ਹੈ ਤੇ ਤੂੰ ਸੁੰਨੀ ਨਹੀਂ ਬਣ ਜਾਂਦਾ। ਜੇ ਸੁੰਨਤ ਕਰਕੇ ਬੈਠਾ ਹੈ ਤੂੰ, ਸੁੰਨਤ ਦਾ ਮਤਲਬ ਇਹੋ ਹੀ ਆ ਕਿ ਸ਼ਰਮ ਹੋਣੀ ਚਾਹੀਦੀ ਹੈ ਤੈਨੂੰ। ਸ਼ਰਮ ਦਾ ਮਤਲਬ ਤੇ ਇਹੋ ਹੀ ਆ ਕਿ ਘਰ 'ਚ ਬੈਠੇ ਹੁੰਦੇ ਆ ਆਪਾਂ, ਸ਼ਰਮ ਤੇ ਹੁੰਦੀ ਹੈ ਨਾ, ਇੱਕ ਦੂਜੇ ਦੀ ਸ਼ਰਮ ਕਰਦੇ ਆ ਆਪਾਂ। ਸ਼ਰਮ ਦਾ ਮਤਲਬ ਤੇ ਇਹੋ ਹੀ, ਮਾਂ ਨਹੀਂ ਹੁੰਦਾ, ਹੋਰ ਕੀ ਹੁੰਦਾ ਬਈ ਮਾੜੇ ਕੰਮ ਕਰਨ ਤੋਂ ਸੰਕੋਚ ਕਰਨਾ। ਹਾਂ, ਮਾੜਾ ਕਰਮ ਕਰਨਾ ਹੈ, ਆਪਾਂ ਸੋਚਦੇ ਨਹੀਂ ਬਈ ਮੈਨੂੰ ਸ਼ਰਮ ਆਉਂਦੀ ਆ, ਮੈਂ ਨਹੀਂ ਇਹ ਕੰਮ ਕਰ ਸਕਦਾ। ਜਿੱਦਾਂ ਕੋ ਜਨਾਨੀ ਨਹੀਂ ਦਿਖਦਾ ਪਹਿਲਾਂ ਜ਼ਮਾਨੇ 'ਚ ਹੁੰਦੀ, ਘੁੰਗਟ ਕੱਢ ਕੇ ਆਉਂਦੀ ਸੀ, ਉਹ ਕਹਿੰਦੀ ਉਹਨੂੰ ਕੀ ਫਰਕ ਪੈਂਦਾ ਹੈ, ਉਹ ਤਾਂ ਮੂੰਹ ਨੰਗਾ ਕਰਕੇ ਵੀ ਆ ਸਕਦੀ ਸੀ। ਕਹਿੰਦੀ ਮੈਨੂੰ ਸ਼ਰਮ ਆਉਂਦੀ, ਮੈਂ ਨਹੀਂ ਉਹਨਾਂ ਦੇ ਸਾਹਮਣੇ ਦਾ ਜਾਣਾ। ਮਤਲਬ ਕਾਈਂਡ ਆਫ ਕਲਚਰ ਸੀ। ਹੁਣ ਤੇ ਸਿਚੁਏਸ਼ਨ ਹੀ ਚੇਂਜ ਹੋ ਗਈ ਹੈ। ਸ਼ਰਮ ਦਾ ਮਤਲਬ ਮਾਣ, ਅਗਲੇ ਦਾ ਮਾਣ ਸਨਮਾਨ ਕਰਨਾ, ਸ਼ਰਮ ਕਰਨੀ। ਪਰ ਸ਼ਰਮ ਦਾ ਮਤਲਬ ਇਹ ਹੋਇਆ ਕਿ ਸ਼ਰਮ ਤੇ ਬੰਦੇ ਦੀ ਜ਼ਿੰਦਗੀ ਦਾ ਇੱਕ ਗਹਿਣਾ ਹੈ। ਤੇ ਜਦੋਂ ਬੰਦਾ ਸ਼ਰਮ ਲਾ ਲੈਂਦਾ ਫਿਰ ਉਹਨੂੰ ਨਹੀਂ ਕੋਈ ਪਰਵਾਹ ਹੁੰਦੀ ਕਿ ਮੇਰੇ ਪਰਿਵਾਰ ਦਾ ਨਾਂ ਖਰਾਬ ਹੋ ਰਿਹਾ, ਮੇਰੇ ਪਤੀ ਦਾ ਨਾਂ ਖਰਾਬ ਹੋ ਰਿਹਾ, ਮੇਰੇ ਪਤਨੀ ਦਾ ਰਾਬ ਖਰਾਬ ਹੋ ਰਿਹਾ, ਮੇਰੇ ਬੱਚਿਆਂ ਦਾ, ਮੇਰੇ ਪਿੰਡ ਦਾ, ਮੇਰੇ ਸ਼ਹਿਰ ਦਾ। ਉਹ ਬੰਦਾ ਬੇਸ਼ਰਮ ਹੋ ਜਾਂਦਾ ਹੈ। ਜਿਹੜਾ ਬੰਦਾ ਬੇਸ਼ਰਮ ਹੈਗਾ ਨਿੱਜਰ ਸਾਹਿਬ, ਉਹਨੂੰ ਕੋਈ ਪਰਵਾਹ ਥੋੜੀ ਹੁੰਦੀ ਹੈ ਨਾ, ਉਹਨੂੰ ਕੋਈ ਪਰਵਾਹ ਨਹੀਂ ਆ। ਉਹ ਨਹੀਂ ਸੋਚਦਾ ਕਿ ਮੈਂ ਕੌਣ ਆ, ਮੈਂ ਉਹਨੂੰ ਆਪਣੇ ਮਜ਼ਹਬ ਨਾਲ ਵੀ ਕੋਈ ਪਿਆਰ ਨਹੀਂ ਹੁੰਦਾ। ਤੇ ਇਸੇ ਕਰਕੇ ਫਿਰ ਉਹ ਚੀਜ਼ ਹੈਗੀ ਹੈ। ਸ਼ਰਮ ਬਹੁਤ ਵੱਡਾ ਗਹਿਣਾ ਹੈ। ਸ਼ਰਮ ਦਾ ਮਤਲਬ ਕਿ ਇਨਸਾਨੀਅਤ। ਤੁਸੀਂ ਇੱਕ ਮਰਿਆਦਾ ਦੇ ਵਿੱਚ ਆਪਣਾ ਜੀਵਨ ਬਤੀਤ ਕਰਾਓ, ਠੀਕ ਹੈ। ਤੇ ਉਹ ਕਹਿੰਦੇ ਕਿ ਜੇ ਸੁੰਨਤ ਕਰਨੀ ਹੈ ਤੇ ਸੁੰਨਤ ਤੇਰੀ ਸ਼ਰਮ ਦੀ ਹੋਣੀ ਚਾਹੀਦੀ ਹੈ। ਅਗਲੇ ਬੰਨੇ ਨਿੱਜਰ ਸਾਹਿਬ ਸੀਲ, ਹਾਂਜੀ ਹਾਂ, ਸ਼ਰਮ ਸੁੰਨਤ ਸੀਲ ਰੋਜ਼ਾ। ਜੇ ਰੋਜ਼ਾ ਰੱਖਦੇ ਆ ਮੁਸਲਮਾਨ, ਕਹਿੰਦੇ ਤੇਰਾ ਸੀਲ ਸੁਭਾਅ ਹੋਣਾ ਚਾਹੀਦਾ ਹੈ, ਬਿਲਕੁਲ ਡਾਊਨ ਟੂ ਅਰਥ, ਹਰੇਕ ਦੀ ਗੱਲ ਬਰਦਾਸ਼ਤ ਕਰਨੀ ਤੇ ਇੱਟ ਦਾ ਜਵਾਬ ਪੱਥਰ ਦੇ ਨਾਲ ਨਹੀਂ ਦੇਣਾ। ਕਹਿੰਦੇ ਆਹ ਤੇਰਾ ਰੋਜ਼ਾ ਹੈਗਾ। ਸੀਲ ਸੁਭਾਅ ਕਹਿੰਦੇ ਨਾ, ਗਊ ਬੜੀ ਸੀਲ ਆ, ਜਿਹੜਾ ਮਰਜ਼ੀ ਚੋ ਲੈਂਦਾ ਹੈ ਉਹਨੂੰ। ਬੱਕਰੀ ਬੜੀ ਸੀਲ ਆ, ਜਿਹੜਾ ਮਰਜ਼ੀ ਜਿਹੜਾ ਹੈਗਾ ਚੋ ਲੈਂਦਾ ਹੈ। ਤੇ ਸੀਲ ਆ ਮਤਲਬ ਜਿਹੜੀ ਸਾਊ ਹੈਗੀ ਆ, ਉਹ ਸੁਭਾਅ ਚਾਹੀਦਾ ਹੈ। ਹੋ ਮੁਸਲਮਾਨ, ਆਹ ਗੁਣ ਹੋਣਗੇ ਤੇ ਮੁਸਲਮਾਨ ਆ ਭਾਈ। ਹਾਂਜੀ ਵੀਰ ਜੀ। ਮੈਂ ਵੀ ਇਹੋ ਸੋਚ ਰਿਹਾ ਸੀ ਕਿ ਸੀਲ ਜਿਹੜਾ ਸੁਭਾਅ ਆ ਉਹ ਜਾਨਵਰ ਹੀ ਹੈਗੇ ਆ, ਮੱਝ ਤੇ ਗਾਂ ਦਾ ਹੀ ਹੈ। ਕਿ ਉਹ ਸਿਆਣੇ ਕਹਿੰਦੇ ਕਿ ਇਹ ਸੀਲ ਗਾਂ ਹੈਗੀ ਹੈ, ਬਿਲਕੁਲ ਮੱਝ ਵੀ ਸੀਲ ਹੈਗੀ ਆ। ਤੁਸੀਂ ਇਹਨੂੰ ਜਾ ਕੇ ਚੋਲੋ ਦੁੱਧ, ਇਹ ਛੱਡ ਨਹੀਂ ਮਾਰੂਗੀ। ਬਿਲਕੁਲ, ਉਹ ਭਾਵੇਂ 3 ਜਣੇ ਚੋਈ ਜਾਓ, ਉਹ ਨਹੀਂ ਪਰਵਾਹ ਕਰਦੀ। ਨਹੀਂ ਤੇ ਉੱਥੇ ਮੇਰੇ ਵਰਗੇ ਦੇ ਲਾਗੇ ਕੋਈ ਬੰਦਾ ਨਿਆਣਾ ਆ ਜਾਏ ਤੇ ਉੱਥੇ ਨਾਲ ਹੀ ਟੈਨਸ਼ਨ ਵੱਧ ਜਾਣੀ ਆ। ਉਹਨੇ ਸਾਰਾ ਘਰ ਲਾਈ ਜਾਣਾ, ਰੌਲਾ ਪਾਈ ਜਾਣਾ ਤੇ ਮੇਰਾ ਦਿਮਾਗ ਓਦਾਂ ਖਰਾਬ ਹੋਈ ਜਾਣਾ। ਪਰ ਉਹ ਨਹੀਂ ਪਰਵਾਹ ਕਰਦੇ ਐਸੇ ਲੋਕ, ਲਾਗੇ ਜਿੰਨਾ ਮਰਜ਼ੀ ਰੌਲਾ ਪੈਂਦਾ ਹੋਵੇ। ਨਿਜਰ ਸਾਹਿਬ ਇਹੋ ਚੀਜ਼ ਹੈ ਨਾ, ਬਿਲਕੁਲ ਐ ਸਹਿਜ ਅਵਸਥਾ ਚ ਰਹਿੰਦੇ ਨੇ ਉਹ। ਤੇ ਉਹ ਉਹੀ ਗੱਲ ਕਹਿ ਰਹੇ ਨੇ। ਉਹ ਕਹਿੰਦੇ ਜੇ ਤੇਰਾ ਰੋਜ਼ਾ ਹੈ ਨਾ, ਰੋਜ਼ੇ ਦਾ ਮਤਲਬ ਕਿ ਮੁਸਲਮਾਨ ਧਰਮ ਦੇ ਵਿੱਚ ਰੋਜ਼ੇ ਰੱਖਣੇ ਬੜੇ ਜ਼ਰੂਰੀ ਹੈ। ਉਹ ਖਾਣਾ ਨਹੀਂ ਖਾਂਦੇ ਕਿੰਨੇ ਟਾਈਮ ਚ,
ਸਵੇਰੇ ਉਹਨਾਂ ਨੇ ਸੁੱਕਤੇ ਖਾ ਲੈਣਾ, ਮੁੜ ਕੇ ਸਾਰਾ ਦਿਨ ਰੋਜ਼ੇ ਦਾ ਉਹ ਮਤਲਬ ਫੋਲੋ ਕਰਨੀ ਇੰਸਟਰਕਸ਼ਨ। ਸੋ ਕਹਿੰਦੇ ਤੇਰੇ ਜੀਵਨ ਚ ਜਿਹੜਾ ਸੀਲ ਆ ਉਹ ਹੋਣਾ ਚਾਹੀਦਾ, ਚੰਗਾ ਸੁਭਾਅ, ਤੇ ਫਿਰ ਤੂੰ ਮੁਸਲਮਾਨ ਬਣਨਾ। ਮੁਕੰਮਲ ਜਿਹੜਾ ਈਮਾਨ ਆ, ਜਿਹੜਾ ਤੇਰਾ ਮੁਸੱਲੇ ਈਮਾਨ, ਜਿਹਦਾ ਈਮਾਨ ਜਿਹੜਾ ਬਚਿਆ, ਫਿਰ ਤੂੰ ਮੁਸਲਮਾਨ ਬਣਨਾ। ਤੇ ਜੇ ਤੂੰ ਏਦਾਂ ਹੀ ਆਪਣੇ ਨਾਮ ਮੁਸਲਮਾਨ ਰੱਖ ਲਿਆ, ਈਮਾਨ ਧਾਰਮਿਕ ਬੰਦਾ, ਤੇ ਬਈ ਏਦਾਂ ਤੂੰ ਮੁਸਲਮਾਨ ਨਹੀਂ ਬਣ ਸਕਦਾ। ਕਿਉਂਕਿ ਜਿਹੜੇ ਆ ਤੂੰ ਮੁਸਲਮਾਨ ਕਿਹੜੇ ਸਿਰ ਤੇ ਬਣਿਆ, ਆ ਸਾਰੀਆਂ ਗੱਲਾਂ ਉਹਨਾਂ ਨੇ ਲਈਆਂ ਨੇ। ਇੱਕ ਮਸੀਤ ਆ ਤੇਰੇ ਕੋ, ਇੱਕ ਤੇਰੇ ਕੋ ਮੁਸੱਲਾ ਹੈ, ਇੱਕ ਤੇਰੇ ਕੋ ਹਰਾਮ ਤੇ ਹਲਾਲ ਹੈ, ਇੱਕ ਤੇਰੇ ਕੋ ਕੁਰਾਨ ਹੈ, ਫਿਰ ਤੇਰੇ ਕੋ ਸੁन्नत ਆ, ਫਿਰ ਰੋਜ਼ਾ ਹੈ। ਇਹ ਸਭ ਮਿਲ ਕੇ ਇੱਕ ਮੁਸਲਮਾਨ ਵਧੀਆ ਮੁਸਲਮਾਨ ਬਣਦਾ ਹੈ। ਪਰ ਕਹਿੰਦੇ ਤੂੰ ਏਦਾਂ ਮੁਸਲਮਾਨ ਡਾਇਰੈਕਟ ਨਹੀਂ ਬਣ ਸਕਦਾ। ਤੂੰ ਮੁਸਲਮਾਨ ਉਦੋਂ ਬਣੇਗਾ ਜਿੱਦਣ ਆ ਸਾਰੀ ਚੀਜ਼ਾਂ ਤੇਰੇ ਜੀਵਨ ਚ ਆ ਜਾਣਗੀਆਂ। ਸਹੀ ਹੈ ਨਾ ਜੀ ਸਾਹਿਬ? ਬਿਲਕੁਲ। ਇਹਦਾ ਮਤਲਬ ਸਾਨੂੰ ਵੀ ਕਹਿ ਲਓ ਸਿੱਖ। ਬਿਲਕੁਲ ਸਹੀ। ਆਪਾਂ ਨੂੰ ਵੀ ਸੇਮ ਚੀਜ਼ਾਂ, ਇਹ ਗੁਣ ਆਪਣੇ ਕੋਲ ਹੋਣਗੇ ਤੇ ਤਾਂ ਹੀ ਸਿੱਖ ਹੈਗੇ ਆਪਾਂ, ਇਹ ਗੁਣ ਹੋਣਗੇ ਤੇ ਤਾਂ ਹੀ ਹਿੰਦੂ ਹੈਗੇ ਆਪਾਂ। ਇਹ ਸਾਰਿਆਂ ਦੇ ਵਾਸਤੇ ਹੈ, ਇਹ ਸਾਰਿਆਂ ਲਈ ਹੈਗੀ ਜੇ। ਹੁਣ ਇਹ ਨਾ ਕਿਹਾ ਕਿ ਮੁਸਲਮਾਨ ਨੂੰ ਕਿਹਾ, ਸਾਨੂੰ ਕੁਛ ਨਹੀਂ ਕਿਹਾ। ਬਸ ਕਹਿੰਦੇ ਕਿ ਤੂੰ ਜਿਹੜਾ ਪਾਠ ਪੂਠ ਕਰਦਾ ਫਿਰਦਾ ਨਾ, ਜਿਹੜਾ ਮੱਥਾ ਟੇਕੀ ਜਾਂਦਾ ਗੁਰਦੁਆਰੇ ਚ, ਪਹਿਲਾਂ ਆ ਦੇਖ ਤੇਰੇ ਚ ਗੁਣ ਹੋਣੇ ਚਾਹੀਦੇ ਆ। ਬਿਲਕੁਲ, ਨਹੀਂ ਤਾਂ ਆਪਾਂ ਪਤਲੀ ਗਲੀ ਚ ਨਿਕਲ ਜਾਣਾ ਹੈ। ਗੋਰਖੀ ਸਾਹਿਬ, ਇਹ ਤਾਂ ਜੀ ਦੇਖੋ ਮੁਸਲਮਾਨਾਂ ਨੂੰ ਕਿਹਾ ਹੈ, ਸਾਨੂੰ ਥੋੜੀ ਨਾ ਕਿਹਾ ਹੈ। ਬਸ ਕੱਲ ਅਪਡੇਟ ਤੇ ਆ ਗਈ ਹੈ। ਠੀਕ ਹੈ ਜੀ, ਅੱਗੇ ਚੱਲੀਏ। ਹਾਂ, ਕਰਨੀ ਕਾਬਾ, ਕਹਿੰਦੇ ਤੇਰੀ ਕਰਨੀ ਜਿਹੜੀ ਹੈਗੀ, ਦੇਖ ਤੂੰ ਕਰ ਕੀ ਰਿਹਾ ਆ, ਉਹ ਤੇਰਾ ਕਾਬਾ ਹੈਗਾ ਭਾਈ। ਜੇ ਨੇਕ ਕਰਨੀ ਹੈਗੀ ਤੇ ਕਾਬੇ ਦਾ ਤੂੰ ਜਿਹੜਾ ਹੈਗਾ ਜਾ ਕੇ ਕਾਬੇ ਦਾ ਫਲ ਲੈ ਲਿਆ, ਤੂੰ ਜਾ ਕੇ ਕਰਿਆ ਹੈ, ਹਾਜੀ ਬਣ ਗਿਆ। ਜੇ ਤੂੰ ਕਰਨੀ ਤੇਰੀ ਚੰਗੀ ਹੈਗੀ ਤੇ ਤੇਰੇ ਜੀਵਨ ਦੇ ਵਿੱਚ ਸੱਚ ਹੈ, ਅੰਦਰੋਂ ਬਾਹਰੋਂ ਇੱਕ ਹੈਗਾ, ਤੇ ਤੇਰੇ ਕੋਲ ਤੇਰਾ ਪੀਰ ਵੀ ਹੈਗਾ, ਤੇਰਾ ਉਸਤਾਦ ਵੀ ਹੋ ਗਿਆ, ਤੂੰ ਗੁਰੂ ਵੀ ਧਾਰਨ ਕਰ ਲਿਆ। ਜੇ ਤੇਰੇ ਅੰਦਰ ਸੱਚ ਹੈ, ਜੇ ਤੇਰੇ ਅੰਦਰ ਕੱਚ ਹੈ ਤੇ ਬਾਹਰੋਂ ਤੂੰ ਜੇ ਜਿਹਾ ਮਰਜ਼ੀ ਬਣਿਆ ਰਿਹਾ ਲੀਪਾ ਪੋਚੀ ਦੇ ਨਾਲ, ਤੇ ਗੱਲ ਬਣਨੀ ਨਹੀਂ ਹੈ ਮਿੱਤਰਾ। ਕਲਮਾ, ਕਰਮ, ਨਮਾਜ਼, ਤੇਰੇ ਕਰਮ ਜਿਹੜੇ ਹੈਗੇ ਕਿਹੇ ਜਿਹੇ ਹੈਗੇ ਆ। ਜੇ ਕਰਮ ਤੇਰੇ ਚੰਗੇ ਆ ਤੇ ਨਮਾਜ਼ ਹੈਗੀ ਭਾਈ ਤੇਰੇ ਕੋਲ, ਕਲਮਾ ਹੈਗਾ ਤੇਰੇ ਕੋਲ, ਤੂੰ ਚੰਗਾ ਜਿਹੜਾ ਹੈਗਾ ਪਾਠ ਵਧੀਆ ਕਰ, ਕਲਮਾ ਕਰ ਰਿਹਾ, ਨਮਾਜ਼ ਪੜ੍ਹ ਰਹੇ ਆ ਵਧੀਆ, ਜੇ ਤੇਰੇ ਕਰਮ ਚੰਗੇ ਹੈਗੇ ਤਾਂ। ਤਸਬੀਹ ਸਾਥ ਇਸ ਭਾਵ ਸੀ, ਤਸਬੀਹ ਜਿਹੜੀ ਹੈਗੀ ਜੋ ਮਾਲਕ ਨੂੰ ਮਨਜ਼ੂਰ ਹੈਗਾ ਭਾਈ, ਜੋ ਮਾਲਕ ਚਾਹੁੰਦਾ ਹੈਗਾ। ਤੇ ਮਾਲਕ ਪਰਮਾਤਮਾ ਜਿਹੜਾ ਹੈਗਾ, ਜਿਹੜਾ ਆਪਾਂ ਬੱਚੇ ਆ ਮਾਲਕ ਦੇ, ਜੇ ਆਪਾਂ ਮਾਲਕ ਜੋ ਚਾਹੁੰਦਾ ਹੈ ਉਹ ਕੰਮ ਕਰਾਂਗੇ ਤੇ ਮਾਲਕ ਆਪਾਂ ਨੂੰ ਭਾਲ ਲਊਗਾ, ਆਪਾਂ ਮਾਲਕ ਨੂੰ ਚੰਗੇ ਲੱਗਾਂਗੇ। ਨਾਨਕ ਰੱਖੇ ਲਾਜ, ਇਸ ਤਰ੍ਹਾਂ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਇਹ ਸੰਸਾਰ ਸਮੁੰਦਰ ਦੇ ਵਿੱਚ ਆਪਣੀ ਲਾਜ ਰੱਖਦਾ ਹੈ, ਆਪਾਂ ਨੂੰ ਡੁੱਬਣ ਨਹੀਂ ਦਿੰਦਾ, ਇਹ ਜੂਨਾਂ ਦੇ ਵਿੱਚ ਨਹੀਂ ਜਾਣ ਦਿੰਦਾ। ਹਾਂਜੀ ਵੀਰ ਜੀ। ਸਾਧ ਸੰਗਤ ਜੀ ਬੜਾ ਪਾਵਰਫੁਲ ਗਿਆਨ ਦੇ ਰਹੇ ਨੇ ਉਹ। ਨਿਜਰ ਸਾਹਿਬ ਬਾਣੀ ਕਿੰਨਾ ਦੀ ਹੈ? ਇਹ ਗੁਰੂ ਨਾਨਕ ਸਾਹਿਬ ਦੀ। ਕਰ ਲਓ ਗੱਲ। ਉਹ ਕਹਿੰਦੇ ਆ ਉਹ ਤੇਰਾ ਗੁਰਦੁਆਰੇ ਜਾਣਾ ਉਹਨਾਂ ਮਹੱਤਵਪੂਰਨ ਨਹੀਂ ਆ ਜਿੰਨਾ ਤੇਰਾ ਸਭ ਕੁਝ ਕਰਨਾ ਬੜਾ ਮਹੱਤਵਪੂਰਨ ਆ। ਤੂੰ ਉੱਥੇ ਪਾਠ ਪੜ੍ਹ ਕੇ ਤੇ ਮੁੜ ਕੇ ਸਾਰਾ ਦਿਨ ਸਭ ਕੁਝ ਕਰੀ ਜਾਂਦੇ ਆ, ਇਹ ਸਹੀ ਨਹੀਂ ਆ। ਪ੍ਰੈਕਟੀਕਲੀ ਤੂੰ ਫੇਲ ਹੋ ਰਿਹਾ ਵਾ। ਕੇਵਲ ਥਿਊਰੀ ਪੜ੍ਹ ਕੇ ਆਪਣੇ ਆਪ ਨੂੰ ਬੜੀ ਫੀਲਿੰਗ ਲਈ ਜਾਣਦੇ ਆ ਕਿ ਮੈਂ ਜੋ ਮੈਨੂੰ ਕਹਿ ਦਿੱਤਾ ਬਾਬਿਆਂ ਨੇ 5 ਟਾਈਮ ਦੀ ਜਿਹੜੀ ਆ ਬਾਣੀ, ਮਤਲਬ 5 ਬਾਣੀਆਂ ਪੜ੍ਹਨੀਆਂ ਹੈ, ਉੱਥੇ ਇਸ਼ਨਾਨ ਕਰਨਾ ਹੈ, ਸਰੀਰ ਦੀ ਸੁੱਚਮ ਰੱਖੀ ਜਾ ਰਿਹਾ ਹੈ। ਉਹ ਕਹਿੰਦਾ 5 ਟਾਈਮ ਨਮਾਜ਼ਾਂ ਦੇ ਪੜ੍ਹੀ ਜਾਂਦੇ ਆ, ਨਮਾਜ਼ ਦੇ ਵਿੱਚ ਆਊਟਪੁੱਟ ਤੇ ਤੇਰਾ ਜੀਵਨ ਹੈ। ਹਾਂ ਮੇਰੀ ਨਮਾਜ਼ ਦੱਸੋ, ਆਪ ਜਸਟ ਮੈਨੂੰ ਸਮਝਾਓ। ਮੈਂ ਤੁਹਾਡੇ ਘਰ ਆ ਕੇ ਤੁਹਾਡੇ ਘਰ ਨਮਾਜ਼ ਪੜ੍ਹੀ ਜਾਵਾਂ ਤੁਹਾਡੀ, ਤੇ ਹਰਕਤਾਂ ਮੇਰੀਆਂ ਗੰਦੀਆਂ ਹੋਣਾ, ਤੁਸੀਂ ਸੱਚੀ ਮੈਨੂੰ ਕਹੋਗੇ ਕਿ ਬੜਾ ਵਧੀਆ ਕੰਮ ਹੈ ਚਰਨਜੀਤ, ਤੂੰ ਨਮਾਜ਼ ਅਦਾ ਕਰ ਤੇ ਜੋ ਮਰਜ਼ੀ ਕਰੀ ਜਾ। ਆਪ ਜਸਟ ਤੁਸੀਂ ਇੱਕ ਇਨਸਾਨ ਜੋ ਇੱਕ ਆਮ ਰੱਬ ਦੀ ਗੱਲ ਪਰੇ ਕਰ ਦਿੰਦੇ ਆ, ਕਿ ਤੁਸੀਂ ਮੈਨੂੰ ਇਹ ਚੀਜ਼ ਏਦਾਂ ਕਬੂਲ ਕਰੋਗੇ? ਦੁਨੀਆ ਨਹੀਂ ਕਬੂਲ ਕਰਦੀ ਗੋਰਖੀ ਸਾਹਿਬ। ਜਿਹੜਾ ਇਨਸਾਨ ਜਿਹੜਾ ਹੈਗਾ ਠੱਗੀ ਮਾਰਦਾ ਹੈ ਉਹਨੂੰ ਦੁਨੀਆ ਚੰਗਾ ਸਮਝਦੀ ਹੈ, ਦੁਨੀਆ ਹੀ ਮੰਦਾ ਸਮਝਦੀ ਹੈ, ਤੇ ਪਰਮਾਤਮਾ ਜਿਹੜਾ ਹੈਗਾ ਉਹ ਜਿਹੜਾ ਉਹਨੂੰ ਚੰਗਾ ਸਮਝ ਲਊਗਾ। ਉਹ ਚੀਜ਼ ਤੇ ਹੈਗੀ ਆ, ਪਰ ਆਪਾਂ ਲੋਕ ਏਦਾਂ ਹੀ ਸੋਚਦੇ ਆ। ਕਈ ਬੰਦੇ ਮੈਂ ਵੇਖਣ ਦੇ ਆ, ਉਹ ਗਰੁੱਪ ਛੱਡ ਕੇ ਅੱਜ ਭੱਜਦੇ, ਜਿੱਦਾਂ ਪਤਾ ਨਹੀਂ ਉੱਥੇ ਜਾ ਕੇ ਉਹਨਾਂ ਨੂੰ ਮਤਲਬ ਅੰਦਰ ਇਨਸਿਕਿਉਰਿਟੀ ਫੀਲ ਹੁੰਦੀ ਹੈ ਨਾ, ਬੜਾ ਹਲਚਲ ਪੈਦਾ ਹੋ ਜਾਂਦੀ ਬਾਣੀ ਤੇ।
ਜਿੱਥੇ ਬ੍ਰਹਮ ਗਿਆਨੀਆਂ ਦੀ ਕਥਾ ਚੱਲਦੀ ਉੱਥੇ ਤੁਹਾਡੇ ਅੰਦਰ ਉਹਨੇ ਕੰਪਨ ਪੈਦਾ ਕਰ ਦੇਣੀ, ਉੱਥੇ ਬਹਿਣਾ ਔਖਾ ਹੋ ਜਾਣਾ, ਤੁਹਾਡਾ ਸਾਹ ਬੰਦ ਹੋ ਜਾਣਾ, ਤੁਸੀਂ ਭੱਜ ਜਾਣਾ ਉੱਥੋਂ। ਇੱਥੇ ਕੀ ਕਿੱਥੇ ਗਲਤ ਜਗ੍ਹਾ 'ਚ ਆ ਗਏ, ਜਿੱਦਾਂ ਉਹ ਸਫੋਕੇਸ਼ਨ ਨਹੀਂ ਬੰਦੇ ਨੂੰ ਹੋ ਜਾਂਦੀ, ਬਿਲਕੁਲ ਸਫੋਕੇਸ਼ਨ ਉਸੇ ਹੀ ਤਰ੍ਹਾਂ ਬ੍ਰਹਮ ਗਿਆਨੀਆਂ ਦੀ ਕਥਾ ਸੁਣਨੀ ਕਿਤੇ ਮਜ਼ਾਕ ਹੈ। ਉਹ ਜਦੋਂ ਧਾਰਾ ਚੱਲਦੀ, ਨਿਰਮਲ ਧਾਰਾ ਚੱਲਦੀ, ਅੱਧੇ ਤੋਂ ਅੱਧੇ ਹੀ ਭੱਜ ਜਾਂਦੇ, 9 ਤੋਂ 11 ਕੋਈ ਇਹਨੂੰ ਭੱਜ ਗਿਆ, ਕੋਈ ਇਹਨੂੰ ਭੱਜ ਗਿਆ, ਕਿਉਂਕਿ ਸੱਚ ਨੂੰ ਸੁਣਨਾ ਕਿਤੇ ਮਜ਼ਾਕ ਹੈ, ਬਹੁਤ ਔਖਾ ਹੈ। ਬਾਣੀ ਤੇ ਕਹਿੰਦੀ ਆ ਆਖਣਾ ਔਖਾ ਸਾਚਾ ਨਾਮ। ਬਿਲਕੁਲ ਬਾਣੀ ਤੇ ਕਹਿੰਦੀ ਆ, ਬਾਣੀ ਤੇ ਉਹ ਕਹਿੰਦੀ ਆ ਕਿ ਜੋ ਸੱਚ ਹੈਗਾ, ਠੀਕ ਹੈ ਜੀ, ਬਿਲਕੁਲ ਉਹ ਹਾਂਜੀ ਠੀਕ ਹੈ ਜੀ। ਅਗਲੇ ਬੰਨੇ ਫਿਰ ਕਹਿ ਰਹੇ ਨੇ ਕਿ ਕਰਨੀ ਸਕਾਬਾ, ਤੇਰੀ ਕਰਨੀ ਜਿਹੜੀ ਆ, ਤੇਰੇ ਕਰਮ ਚੰਗੇ ਤੇ ਤੇਰੇ ਮਾੜੇ ਕਰਮ ਜੋ ਕਰ ਰਿਹਾ, ਇਹਨਾਂ ਚ ਦੇਖ, ਜੇ ਤੂੰ ਕਾਬੇ ਚੱਲ ਗਿਆ, ਉੱਥੇ ਮੱਥਾ ਟੇਕ ਕੇ ਆ ਗਿਆ ਨਾ, ਉਹ ਨਹੀਂ ਕਹਾਣੀ, ਤੇਰੀ ਕਰਨੀ ਬੜੀ ਇੰਪੋਰਟੈਂਟ ਆ। ਕਾਬੇ 'ਚ ਜਾ ਕੇ ਕੀ ਕਰੇਗਾ ਜੇ ਤੇਰੀ ਕਰਨੀ ਸਹੀ ਨਾ ਹੋਈ। ਬਿਲਕੁਲ। ਤੇ ਸੱਚ ਦਾ ਪੀਰ, ਜਿਹੜਾ ਤੇਰਾ ਪੀਰ ਆ, ਤੇਰਾ ਸੱਚ ਹੋਣਾ ਚਾਹੀਦਾ, ਸੱਚ ਤੇਰਾ ਪੀਰ। ਕੋਈ ਐਵੇਂ ਨਾ ਕਿ ਬਾਬੇ ਨੂੰ ਮੱਥਾ ਟੇਕ ਕੇ ਆ ਜਾ, ਉਹ ਮੇਰੇ ਕੋਲ ਇੱਥੇ ਬਾਬੇ ਕੋਲ ਜਾਂਦਾ ਹੀ, ਉਹਦਾ ਏਡਾ ਵੱਡਾ ਝੋਲਾ ਪਾਇਆ, ਬੜਾ ਤੇਰਾ ਪੱਗੜ ਬੱਦਾ, ਮੈਂ ਕਿਹਾ ਬਾਬਾ ਜੀ ਰੱਖੋ। ਉਹ ਕਹਿੰਦਾ ਭਈ ਲਿਆਓ ਜੀ, ਵਧੀਆ ਮੱਥਾ ਟੇਕੋ ਤੇ ਜਾਓ। ਉਹ ਕਹਿੰਦੇ ਤੇਰਾ ਜਿਹੜਾ ਪੀਰ ਆ ਉਹ ਸੱਚ ਚਾਹੀਦਾ ਵਾ। ਬਿਲਕੁਲ ਸੱਚ ਚਾਹੀਦਾ ਹੈ। ਮੈਨੂੰ ਤਾਂ ਲੱਗਦਾ ਨਹੀਂ ਸੱਚ ਪੀਰ ਕਿਹਦਾ ਹੋਣਾ ਵਾ, ਇੱਥੇ ਬਾਬਾ ਫੇਲ ਹੋਏ ਨੇ। ਠੀਕ ਹੈ ਜੀ, ਤਾਈਓ ਬਾਣੀ ਕਹਿੰਦੀ ਪੂਰਨ ਦੇ ਪੂਰ ਜਾ ਰਹੇ ਆ। ਬਿਲਕੁਲ ਜਾ ਰਹੇ ਹਾਂ। ਜੇ ਮਾਰਗ ਪੰਡਤ ਗਏ ਪਾਛੇ ਪੜੀ ਬਹੀਰ, ਇੱਕ ਔਗਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਇਹ ਤਾਂ ਔਗਟ ਘਾਟੀ ਆ ਭਾਈ, ਉੱਪਰ ਜਾਣਾ ਹੈ ਭਾਈ, ਛੱਡਣਾ ਪੈਣਾ ਹੈ। ਜਦ ਤੱਕ ਛੱਡਾਂਗੇ ਨਹੀਂ ਤੇ ਡੁੱਬੀ ਜਾਵਾਂਗੇ। ਨਿੱਜਰ ਸਾਹਿਬ ਕਰਮ ਕਾਟੀਆਂ ਨੇ ਧਰਮ ਤੇ ਬਹੁਤਾ ਸੌਖਾ ਬਣਾਤਾ। ਇੱਥੇ ਆਓ, ਇਹ ਫਲਾਣਾ ਕੰਮ ਕਰੋ, 10 ਘੰਟੇ ਇੱਥੇ ਇੰਜ ਕਰਕੇ ਸੇਵਾ ਕਰੋ, ਬਸ ਜਾਓ ਘਰ ਨੂੰ, ਤੁਸੀਂ ਮੁਕਤ ਜੋ। ਇਹ ਟੌਪਿਕ ਨੂੰ ਹੱਥ ਕਿਉਂ ਨਹੀਂ ਪਾਉਂਦਾ? ਕਿਉਂਕਿ ਇੱਥੇ ਕਥਾ ਕਰਤੀ ਨਾ ਇਹਨਾਂ ਨੇ ਕਿਤੇ ਮੰਜੀ ਸਾਹਿਬ 'ਚ, ਅੱਧੇ ਉੱਧੇ ਭੱਜ ਜਾਣਾ ਉੱਥੋਂ। ਮੈਨੂੰ ਤੇ ਲੱਗਦਾ ਨਹੀਂ 10 ਬੰਦੇ ਵੀ ਸੁਣਨ ਜਾਣ, ਪਰ ਉਹ 10 ਬਿੰਦ ਜੇ ਵੀ ਚੱਲ ਗਏ ਨਾ ਤੇ ਉੱਥੇ ਭਲਾ ਵਾ। ਮਾਲਕ ਤਾਂ ਕਹਿੰਦਾ ਇੱਕ ਵੀ ਆ ਜਾਊਗਾ ਨਾ ਬਹੁਤ ਹੈਗਾ ਭਾਈ ਇੱਥੇ ਤਾਂ। ਤੇ ਉਹ ਕਹਿੰਦੇ ਨਾ ਮਾਥੇ ਤਿਲਕਾ ਥਮਾਲਾ ਬਾਨਾ ਲੋਕ ਨੇ ਰਾਮ ਖਿਲਾਉਣਾ ਜਾਣਾ, ਕਿ ਜਿੱਥੇ ਤੂੰ ਅਸਲੀ ਚ ਪਾਸ ਹੋਣਾ ਉੱਥੇ ਤੂੰ ਫੇਲ ਹੋ ਰਿਹਾ। ਇਹ ਜੋ ਤੂੰ ਕਰ ਰਿਹਾ ਹੈ ਇਹ ਬੜਾ ਈਜ਼ੀ ਜੌਬ ਹੈਗੀ ਆ, ਇਸ ਕਰਕੇ ਕਹਿੰਦੇ ਕਿ ਗੱਲ ਨਹੀਂ ਬਣੇਗੀ। ਫਿਰ ਅਗਲੇ ਬਣੇ ਕਹਿੰਦੇ ਆ ਕਲਮਾ ਕਰਮ ਨਿਮਾਜ਼, ਕਲਮਾ ਕਰਮ, ਤੇਰੇ ਕਰਮ ਆ, ਇਹ ਨਮਾਜ਼ ਆ ਭਾਈ, ਇਹ ਕਲਮਾ ਹੈਗਾ ਭਾਈ। ਹਾਂਜੀ ਵੀਰ ਜੀ। ਆਹੋ, ਜਿਹੜੀ 5 ਟਾਈਮ ਦੇ ਨਮਾਜ਼ ਪੜ੍ਹ ਰਿਹਾ ਨਾ, ਉਹਦੀ ਨੀ ਲੋੜ ਰੱਬ ਨੂੰ ਲੋੜ ਹੈ ਤੇਰੇ ਕਰਮਾਂ ਦੀ। ਬਾਣੀ ਕਹਿੰਦੀ ਨਾ ਗੱਲੀਆਂ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਗੱਲਾਂ ਤੇ ਬਹੁਤ ਵੱਡੀਆਂ ਕਰਨੀਆਂ ਸੌਖੀਆਂ ਨੇ, ਪਰ ਜਦੋਂ ਪ੍ਰੈਕਟੀਕਲ ਆਉਂਦਾ ਹੈ ਉੱਥੇ ਹੀ 9 ਤੋਂ 11 ਹੋ ਜਾਂਦੇ ਆ। ਜਿੱਦਾਂ ਗਧੇ ਦੇ ਸਿਰ ਤੋਂ ਸਿੰਘ ਗੁੰਮ ਹੋ ਜਾਂਦੇ ਨਾ, ਉਸੇ ਹੀ ਤਰ੍ਹਾਂ ਜਿੱਥੇ ਸੱਚ ਨੂੰ ਪ੍ਰਗਟ ਕਰਨ ਦਾ ਟਾਈਮ ਆਉਂਦਾ ਅਸੀਂ ਗੁੰਮ ਹੋ ਜਾਂਦੇ ਹਾਂ। ਆਪਾਂ ਮਿਲਾਉਂਦੇ ਹੱਥ ਝੂਠ ਨਾਲ ਤੇ ਕਹਿੰਦੇ ਵੈਰੀ ਗੁੱਡ, ਸੱਚ ਵਿਚਾਰਾ ਪਿੱਛੇ ਖਲੋਤਾ ਰਹਿ ਜਾਂਦਾ। ਸੱਤ ਦੇ ਨਾਲ ਕੋਈ ਹੈਂਡਸ਼ੇਕ ਨਹੀਂ ਕਰਦਾ, ਪਰ ਬਾਣੀ ਕਹਿੰਦੀ ਹੈ ਤੇਰਾ ਪੀਰ ਸੱਚ ਚਾਹੀਦਾ। ਬਿਲਕੁਲ ਸੱਚ ਚਾਹੀਦਾ ਹੈ। ਤੂੰ ਪੀਰ ਨੂੰ ਫਿਰ ਛੱਡਤਾ ਹੀ ਤੇ ਫਿਰ ਸਤਿ ਸ੍ਰੀ ਅਕਾਲ ਹੋ ਗਈ। ਠੀਕ ਹੈ ਜੀ, ਅਗਲੇ ਬੰਨੇ ਚੱਲੀਏ। ਤਸਬੀ ਸਾਧ ਤਿਸ ਭਾਵ ਸੀ ਨਾਨਕ ਰੱਖੇ ਲਾਜ। ਤਸਬੀ ਜਿਹੜੀ ਹੈਗੀ ਆ, ਕਹਿੰਦੇ ਉਹ ਤਸਬੀ ਤੇਰੀ ਮਾਲਾ ਜਿਹੜੀ ਹੈਗੀ ਉਹ ਹੈਗੀ ਆ ਸਾਧ ਤਿਸ ਭਾਵ ਸੀ, ਜੇ ਮਾਲਕ ਪਰਮਾਤਮਾ ਜਿਹੜਾ ਹੈਗਾ, ਜੋ ਮਾਲਕ ਕਰ ਰਿਹਾ ਆ, ਜੋ ਤੂੰ ਕਰ ਰਿਹਾ ਆ, ਉਹ ਮਾਲਕ ਨੂੰ ਚੰਗਾ ਲੱਗੇ, ਔਰ ਜੋ ਮਾਲਕ ਕਰ ਰਿਹਾ ਉਹ ਤੈਨੂੰ ਚੰਗਾ ਲੱਗੇ, ਤਾਂ ਨਾਨਕ ਲਾਜ ਰੱਖੂਗਾ ਮਾਲਕ ਪਰਮਾਤਮਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਆ ਕਿ ਤਸਬੀਹ ਜਿਹੜੀ ਹੈਗੀ ਨਾ, ਉਹ ਤੇਰੀ ਤਸਬੀਹ ਏਦਾਂ ਦੀ ਹੋਣੀ ਚਾਹੀਦੀ ਆ ਕਿ ਪਰਮਾਤਮਾ ਨਿਜ ਸਭ ਦੁਬਾਰਾ ਬੋਲੇ, ਤਸਬੀਹ ਤਾਂ ਤਿਸ ਭਾਵ ਸੀ ਨਾਨਕ ਰੱਖੇ ਲਾਜ। ਬਈ ਤਸਬੀਹ ਉਹ ਆ ਤੇਰੀ ਮਾਲਾ ਫੇਰਨੀ, ਜਿਹੜੀ ਤੇਰੀ ਭਗਤੀ ਕੀਤੀ ਹੋਈ ਜਿਹੜੀ ਹੈਗੀ, ਤਾਂ ਪ੍ਰਮਾਣ ਹੈ ਜੇ ਮਾਲਕ ਪਰਮਾਤਮਾ ਨੂੰ ਭਾਏ, ਨਾਨਕ ਮਾਲਕ ਨੂੰ ਭਾਏ, ਤੇ ਤਾਂ ਤੇਰੀ ਬੰਦਗੀ ਜਿਹੜੀ ਹੈਗੀ ਕੀਤੀ ਹੋਈ ਸਹੀ ਹੈਗੀ ਆ। ਤੇ ਜੋ ਮਾਲਕ ਨੂੰ ਜੋ ਪਾਉਂਦਾ ਹੈ, ਜੇ ਤੂੰ ਕਰੇਗਾ ਤੇ ਤਾਂ ਜਿਹੜਾ ਹੈਗਾ
ਉਹ ਮਾਲਕ ਨੂੰ ਭਾ ਜਾਏਗੀ ਭਾਈ। ਜੋ ਮਾਲਕ ਨੇ ਕਿਹਾ ਆ, ਮਾਲਕ ਕਹਿੰਦਾ ਸੱਚ ਦੇ ਉੱਤੇ ਰਹਿ। ਸਾਰਾ ਕੁਛ ਮਾਲਕ, ਇਹ ਬ੍ਰਹਮ ਗਿਆਨੀ ਜਿਹੜੇ ਬੋਲਦੇ ਆ ਉਹ ਮਾਲਕ ਪਰਮਾਤਮਾ ਜੋ ਉਹਦੀ ਆਵਾਜ਼ ਹੁੰਦੀ ਹੈ ਬ੍ਰਹਮ ਗਿਆਨੀਆਂ ਦੇ ਮੂੰਹ ਤੋਂ ਮਾਲਕ ਬੋਲਦਾ ਹੈ। ਮਾਲਕ ਬੋਲ ਰਿਹਾ ਬ੍ਰਹਮ ਗਿਆਨੀਆਂ ਦੇ ਮੂੰਹ ਤੋਂ। ਉਹਨੂੰ ਆਹ ਚੀਜ਼ ਚਾਹੁੰਦੀ ਹੈ ਤਾਂ ਉਹ ਇਲਾਜ ਰੱਖੇਗਾ। ਹਾਂਜੀ ਵੀਰ ਜੀ। ਹਾਂ ਨਿੱਜਰ ਸਾਹਿਬ ਉਹ ਕਹਿੰਦੇ ਕਿ ਜੋ ਵੀ ਤੇਰੀ ਤਸਬੀਹ ਹੈ ਨਾ, ਤੈਨੂੰ ਸਭ ਤੋਂ ਪਹਿਲਾਂ ਤੇ ਪ੍ਰਮਾਤਮਾ ਵੱਲ ਮੂੰਹ ਕਰਕੇ ਕਰਮ ਕਰਨਾ ਪਊਗਾ, ਤਾਂ ਹੀ ਤੇਰੀ ਤਸਬੀਹ ਮਨਜ਼ੂਰ ਹੈ। ਜੇ ਤੇਰੀ ਤਸਬੀਹ ਮਤਲਬ ਤੂੰ ਕਿਵੇਂ ਨਾਟਕ ਲਈ ਇੱਥੇ ਮਾਲਾ ਫੜੀ 10-20 ਰੁਪਈਆਂ ਦੀ ਕਮਾਉਣੀ ਸ਼ੁਰੂ ਕਰਤੀ, ਪ੍ਰਮਾਤਮਾ ਰੂਪੀ ਸ਼ਬਦ ਤੇਰੇ ਜੀਵਨ ਚ ਨਹੀਂ ਹੈਗਾ, ਤੇ ਕੀ ਪ੍ਰਮਾਤਮਾ ਤੇਰੀ ਮਾਲਾ ਨੂੰ ਕੀ ਕਰੂਗਾ ਦੱਸੋ? ਕੋਈ ਆਪ ਜਸਟ ਦੇਖੋ, ਕੋਈ ਕੰਮ ਦੀ ਗੱਲ ਤੇ ਹੈ ਨਹੀਂ। ਉਹ ਤੇ ਜਸਟ ਉਹ ਬਾਹਰੀ ਭੇਸ ਆ। ਉਹ ਸੰਸਾਰ ਉਹ ਮਿੰਟੋ ਚ ਲਿਆ ਕੇ ਉਹਨੂੰ ਸਮਾਨ ਸਮੂਨ ਤੇ ਮੇਕਅਪ ਕਰਕੇ ਰੈਡੀ ਹੋ ਕੇ ਬਾਹਰੋਂ ਇੱਕ ਧਾਰਮਿਕ ਮਨੁੱਖ ਬਣ ਜਾਂਦਾ ਹੈ। ਪਰ ਉਹ ਕਹਿੰਦੇ ਕਿ ਤਸਬੀਹ ਤੇ ਤੇਰੀ ਤਾਂ ਹੀ ਫਾਇਦਾ ਵਾ ਕਿ ਜੇ ਤੇਰੀ ਜ਼ਿੰਦਗੀ ਚ ਰੱਬ ਹੈਗਾ, ਤੇ ਜੇ ਤੇਰੀ ਜ਼ਿੰਦਗੀ ਚ ਰੱਬ ਨਹੀਂ ਹੈਗਾ ਤੇ ਤੂੰ ਕੇਵਲ ਉਂਗਲਾਂ ਹੀ ਘਮਾਈ ਜਾ ਰਿਹਾ, ਫਿਰ ਸੱਜਣਾ ਆਪਣਾ ਸਮਾਂ ਹੀ ਤੂੰ ਖਰਾਬ ਕਰ ਰਿਹਾ। ਬਾਣੀ ਤੇ ਪ੍ਰੈਕਟੀਕਲੀ ਗੱਲ ਕਰਨੀ ਹੈ, ਤੁਹਾਡੇ ਪ੍ਰੈਕਟੀਕਲ ਜਿਹੜੇ ਤੁਹਾਡੇ ਆਚਰਣ ਆ, ਤੇਰਾ ਜੀਵਨ ਕੀ ਹੈ। ਹੁਣ ਲੋਕੀ ਅੰਮ੍ਰਿਤ ਛਕ ਲੈਂਦੇ ਆ, ਅੰਮ੍ਰਿਤ ਛਕ ਕੇ ਤਾਂ ਸੋਚਦੇ ਕਿ ਮੁਕਤ ਹੈਗੇ ਆ। ਉਹ ਤੁਹਾਡੀ ਕਲਾਸ ਚ ਐਡਮਿਸ਼ਨ ਹੈ ਜੇ? ਬਿਲਕੁਲ ਕਲਾਸ ਚ ਐਡਮਿਸ਼ਨ ਹੈ ਗੋਰਖੀ ਸਾਹਿਬ। ਤੇ ਇੱਥੇ ਕਹਿ ਦੋ ਲੋਕਾਂ ਨੂੰ ਐਡਮਿਸ਼ਨ ਹੈ, ਕਿਸੇ ਨੇ ਮੰਨਣਾ, ਉਹਨੇ ਕਹਿਣਾ ਨਹੀਂ ਤੂੰ ਗਲਤ ਬੋਲੀ ਜਾਂਦੇ ਤੇ ਜੋ ਕੋ ਮਤ ਹੈਗਾ। ਇਹ ਮੈਨੂੰ ਤਾਂ ਲੱਗਦਾ ਹੀ ਨਹੀਂ ਹੋਣਾ ਕਿਸੇ ਨੇ ਕਥਾ ਕਰਨੀ ਹੈ। ਕਿਸੇ ਨੇ ਵੀ ਨਹੀਂ ਕੀਤੀ ਹੋਣੀ ਕਥਾ। ਇਸ ਬਾਣੀ ਨਾਲ ਤਾਂ ਕੋਈ ਵਹਿੰਦਾ ਵੀ ਨਹੀਂ ਹੋਣਾ। ਉਹ ਤਾਂ ਬੰਦ ਕਰਕੇ ਮੇਰੇ ਵਰਗੇ ਗੋਰਖੀ ਸਾਹਿਬ ਅੰਮ੍ਰਿਤ ਛਕ ਕੇ ਆਏ ਤੇ ਬਾਹਰ ਦੂਜਿਆਂ ਨੂੰ ਕਹਿੰਦੇ ਕੱਚੇ ਪਿੱਲੇ ਕਿੱਧਰ ਘੁੰਮੀ ਜਾਂਦੇ ਆ। ਉਹ ਤਾਂ ਕਹਿੰਦੇ ਇਹਦੇ ਹੱਥ ਟੱਚ ਕਰਤਾ ਇਹਨੇ, ਇਹਦੇ ਹੱਥ ਦਾ ਆਹ ਹੋ ਗਿਆ, ਫਲਾਨਾ ਹੋ ਗਿਆ। ਦੂਜਿਆਂ ਨੂੰ ਉਸੇ ਵੇਲੇ ਤਾਂ ਦੂਜਿਆਂ ਨੂੰ ਸਮਝਦੇ ਇਹ ਤਾਂ ਐਵੇਂ ਹੀ ਹੈਗੇ ਆ, ਕੀੜੇ ਮਕੌੜੇ। ਆਪਣੇ ਚ ਵੀ ਕਈ ਹੈਗੇ ਜਿਹੜੇ ਨਿਹੰਗਾਂ ਦੇ ਬਾਟੇ ਨੂੰ ਮਾਂਜੀ ਜਾਂਦੇ, ਉਹ ਬਾਟੇ ਸਰਬੱਲੋ ਦੇ ਬਾਟੇ ਰੱਖੇ, ਉੱਚੀ ਰੋਟੀ ਖਾਣੀ ਪਈ। ਮਤਲਬ ਕਿ ਉਹ ਬਾਣੀ ਤੋਂ ਸਭ ਚੀਜ਼ਾਂ ਨੂੰ ਫੜਦੀ ਪਈ ਹੈ ਕਿ ਬਈ ਜੀਵਨ ਸਾਰਾ ਕੁਝ ਹੋਰ ਜੀਵਨ ਕੀ ਹੈਗਾ। ਜੇ ਆਪਣਾ ਜੀਵਨ ਦੇ ਵਿੱਚ ਆ ਗੁਣ ਹੈਗੇ ਆ ਤੇ ਉਹ ਸਰਬਲੋ ਬਾਟਾ ਵੀ ਜਿਹੜਾ ਹੈਗਾ ਉਹ ਵੀ ਰੱਖਿਆ ਪਰਵਾਨੇ ਪਾਏ। ਪਰ ਜੇ ਆਪਣੇ ਕੋਲ ਅੰਦਰ ਧਿਆਨ ਸਿਮਰਨ ਨਾਮ ਅਭਿਆਸ ਔਰ ਅੰਦਰੋਂ ਬਾਹਰੋਂ ਇੱਕ ਨਹੀਂ ਹੈਗੇ ਆਪਾਂ, ਤੇ ਦੂਜਿਆਂ ਤੇ ਤਰਸ ਨਹੀਂ ਕਰਦੇ, ਤੇ ਫਿਰ ਤਾਂ ਭਾਈ ਗੱਲ ਫਿਰ ਗੱਲ ਨਹੀਂ ਬਣਨੀ ਪਾਈ। ਹਾਂਜੀ ਵੀਰ ਜੀ। ਆਪ ਜਸਟ ਸੋਚੋ, ਸੰਗਤ ਸਿੱਧਾ ਹੀ ਸੋਚੋ ਕਿ ਆਪਾਂ ਗੁਰਦੁਆਰੇ ਜਾਂਦੇ ਆ ਤੇ ਜਿੱਥੇ ਸੱਚ ਪ੍ਰਗਟ ਹੋਣਾ ਉੱਥੇ ਆਪਾਂ ਮੂੰਹ ਨਹੀਂ ਕਰਦੇ, ਆਪਾਂ ਸਾਰਾ ਉਲਟਾ ਪੁਲਟਾ ਕੰਮ ਕਰੀ ਜਾਂਦੇ ਆ। ਤੇ ਆਪ ਜਸਟ ਸੋਚਦੇ ਹੋ ਕਿ ਪ੍ਰਮਾਤਮਾ ਸ਼ਦਾਈ ਹੈਗਾ, ਸਾਡੀਆਂ ਉਹ ਗੱਲਾਂ ਨੂੰ ਮੰਨ ਲੂਗਾ। ਬੜਾ ਵਧੀਆ ਮੇਰੇ ਘਰ ਗੁਰਦੁਆਰੇ ਚ ਆਉਂਦੇ ਆ, ਮੈਂ ਨਹੀਂ ਪਰਵਾਹ ਕਰਦਾ ਪਿੱਛੇ ਕੀ ਕਰਨ ਦਿਆ, ਇਹ ਕੀ ਸੋਚਦਾ ਹੈ, ਕਿੱਦਾਂ ਦਾ ਜੀਵਨ ਰਿਪਰੈਜ਼ੈਂਟ ਕਰਦਾ ਹੈ। ਪ੍ਰਮਾਤਮਾ ਇਹਨਾਂ ਚੀਜ਼ਾਂ ਨੂੰ ਮੰਨਦਾ ਹੈ? ਨਹੀਂ ਨਹੀਂ ਮੰਨਦਾ। ਨਾ ਅੱਗੇ ਮਹਾਰਾਜ ਇਹੀ ਗੱਲ ਅਗਲੇ ਸ਼ਲੋਕ ਚ ਕਹਿੰਦੇ ਆ, ਇਹੀ ਗੱਲ ਸੇਮ ਚੀਜ਼। ਅੱਗੇ ਚਲੇ ਨਿੱਜਰ ਸਾਹਿਬ। ਹਾਂ ਦੇਖ ਲਓ ਅੱਗੇ ਸ਼ਲੋਕ ਕਹਿੰਦੇ, ਮਹੱਲਾ ਪਹਿਲਾ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਕਹਿੰਦੇ ਪਰਾਇਆ ਹੱਕ ਖਾ ਰਿਹਾ ਹੈ ਪਿਆਰਿਆ, ਜੇ ਤੂੰ ਮੁਸਲਮਾਨ ਆ ਤੇ ਸੂਰ ਖਾ ਰਿਹਾ ਹੈ, ਜੇ ਤੂੰ ਹਿੰਦੂ ਹੈ ਤੇ ਗਾਂ ਖਾ ਰਿਹਾ ਪਿਆਰਿਆ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਕਹਿੰਦੇ ਗੁਰ ਪੀਰ ਜਿਹੜਾ ਗੁਰੂ ਪੀਰ, ਹਿੰਦੂਆਂ ਦਾ ਗੁਰੂ ਮੁਸਲਮਾਨਾਂ ਦਾ ਪੀਰ ਇੱਕੋ ਹੀ ਹੈ ਭਾਈ। ਕਹਿੰਦੇ ਉਹ ਤਾਂ ਹਾਮਾ ਭਰੂਗਾ ਤੇਰਾ ਜੇ ਤੂੰ ਮੁਰਦਾਰ ਨਹੀਂ ਖਾਏਗਾ, ਜੇ ਤੂੰ ਦੂਸਰੇ ਦਾ ਹੱਕ ਨਹੀਂ ਖਾਏਗਾ, ਜੇ ਤੂੰ ਮੁਰਦਾ ਕਿਸੇ ਨੂੰ ਮਾਰੇਗਾ ਨਹੀਂ, ਕਿਸੇ ਨੂੰ ਖੋਏਗਾ ਨਹੀਂ, ਕਿਸੇ ਨੂੰ ਤਸ਼ੱਦਦ ਨਹੀਂ ਕਰੇਗਾ। ਗੱਲੀ ਪਿਸ਼ਤ ਨਾ ਜਾਈਏ ਛੁੱਟੈ ਸੱਚ ਕਮਾਏ। ਕਹਿੰਦੇ ਗੱਲਾਂ ਦੇ ਨਾਲ ਤੂੰ ਜਿਹੜਾ ਹੈਗਾ ਮਾਲਕ ਦੀ ਨੇੜਤਾ ਨਹੀਂ ਪ੍ਰਾਪਤ ਕਰ ਸਕਦਾ। ਸਵਰਗ ਪਿਸ਼ਤ ਕਹਿੰਦੇ ਜੰਨਤ, ਗੱਲਾਂ ਦੇ ਨਾਲ ਜੰਨਤ ਨਹੀਂ ਜਾ ਸਕਦਾ। ਜੇ ਛੁੱਟਣਾ ਆ ਜੰਨਤ ਪਰਮਾਤਮਾ ਦੇ ਚਰਨਾਂ ਦੇ ਵਿੱਚ ਹੈਗੀ ਭਾਈ। ਨਜ਼ਦੀਕ ਰੱਖ ਰਹਿਮਾਨ, ਉਹ ਮਾਲਕ ਦੀ ਨਜ਼ਦੀਕਤਾ ਉਹ ਆ ਭਾਈ, ਉਹ ਹੈਗੀ ਜੰਨਤ। ਗੱਲੀ ਪਿਸ਼ਤ ਨਾ ਜਾਈਏ ਛੁੱਟੈ ਸੱਚ ਕਮਾਏ। ਸੱਚ ਦੀ ਕਮਾਈ ਕਰਕੇ ਛੁੱਟ ਸਕਦੇ ਹਾਂ ਭਾਈ, ਹੋਰ ਕੋਈ ਤਰੀਕਾ ਨਹੀਂ ਹੈ। ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ। ਕਹਿੰਦੇ ਹਰਾਮ ਦੀ ਚੀਜ਼ ਲਿਆ ਕੇ ਤੂੰ ਉਹਦੇ ਵਿੱਚ ਜਿਹੜਾ ਹੈਗਾ ਥੋੜ੍ਹਾ ਜਿਹਾ ਲਿਜਾ ਕੇ ਗੁਰਦੁਆਰੇ ਮੰਦਿਰ ਦੇ ਵਿੱਚ ਚੜ੍ਹਾ ਦਿੰਦਾ ਆ, ਕਹਿੰਦੇ ਉਹ ਤੇਰਾ ਹਲਾਲ ਹੋ ਜਾਏਗਾ। ਮਸਾਲਾ ਪਾ ਦਿੱਤਾ, ਲੈ ਬਈ
ਜਿਹੜਾ ਹੈਗਾ ਹਰਾਮ ਦੀ ਕਮਾਈ ਦੇ ਵਿੱਚ ਮਾੜਾ ਜਿਹਾ ਮਸਾਲਾ ਲਿਆ ਕੇ ਮਾਰਨ ਪਾ ਦਿੱਤਾ। ਮਾਰਨ ਪਾਏ ਹਰਾਮ ਮੈਂ, ਹੋਏ ਹਲਾਲ ਨਾ ਜਾਏ। ਨਾਨਕ ਗਲੀ ਕੂੜੀ ਕੂੜੋ ਪੱਲੇ ਪਾਏ। ਝੂਠੀ ਗੱਲ ਆ ਪਿਆਰਿਆ, ਝੂਠੀ ਗੱਲ ਆ। ਤੇਰੇ ਪੱਲੇ ਝੂਠ ਹੀ ਪੈਣਾ ਆ। ਜੋ ਤੂੰ ਕਰ ਰਿਹਾ ਆ, ਜੋ ਤੇਰੀ ਕਮਾਈ ਹੈਗੀ ਆ, ਜੋ ਤੇਰੇ ਕਰਮ ਹੈਗੇ ਆ, ਉਹ ਝੂਠ ਹੀ ਤੇਰੇ ਪੱਲੇ ਰਹਿਣਾ ਹੈ। ਹਾਂਜੀ ਵੀਰ ਜੀ। ਠੀਕ ਹੈ ਸਾਧ ਸੰਗਤ ਜੀ, ਆਪਾਂ ਤੇ ਦਾਨ ਤੇ ਕਰ ਆਉਨੇ ਆ ਨਾ ਜਾ ਕੇ ਧਾਰਮਿਕ ਸਥਾਨ ਤੇ। ਮੈਂ ਤੁਹਾਨੂੰ ਕਹਿੰਦਾ ਹੁੰਦਾ ਨਾ, ਮੈਂ ਪੁੱਛਣਾ ਕਿ ਪੈਸਾ ਕਿੱਥੋਂ ਆਇਆ। ਪੈਸਾ ਜੇ ਤੁਹਾਡਾ ਨਹੀਂ ਹੈ ਤੇ ਉਹਦੀ ਮੁੱਲ ਵੀ, ਉਹਦੀ ਕੋਈ ਕੀਮਤ ਨਹੀਂ ਆ। ਹੁਣ ਤੁਸੀਂ ਕਹੋਗੇ ਰੱਬ ਨੂੰ ਤੇ ਨਹੀਂ ਪਤਾ, ਪਰ ਤੁਹਾਨੂੰ ਤੇ ਪਤਾ ਨਾ ਕਿ ਪੈਸਾ ਕਿੱਥੋਂ ਆਇਆ। ਉਹ ਕਹਿੰਦੇ ਨਹੀਂ, ਉਹਦੀ ਵੈਲਿਊ ਨਹੀਂ ਹੈਗੀ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਕਿ ਜਿਹੜਾ ਨਾਨਕ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਪਰਾਇਆ ਵਾ, ਪਰਾਇਆ ਮਤਲਬ ਨੋਟ ਲੀਗਲੀ ਮਾਲਿਕ, ਕਾਨੂੰਨੀ ਤੌਰ ਤੇ ਉਸਦਾ ਮਾਲਿਕ ਨਹੀਂ ਹੈ। ਪਰਾਇਆ ਮਤਲਬ ਖੋਲਿਆ, ਚਲਾਕੀ ਕੀਤੀ ਹੈ, ਕੁਛ ਤੇ ਕੀਤਾ ਹੈ, ਝਪਟਾ ਮਾਰ ਲਿਆ, ਮਿਹਨਤ ਨਹੀਂ ਕੀਤੀ, ਉਦੋਂ ਹੀ ਖੋਲਿਆ। ਤੇ ਉਹ ਕਹਿੰਦੇ ਫਿਰ ਕੀ ਹੈ, ਜਾਂ ਤੇ ਸੂਰ ਆ ਮੁਸਲਮਾਨਾਂ ਲਈ, ਹਿੰਦੂਆਂ ਲਈ ਗਾਂ ਖਾਣ ਵਾਲਾ ਹਿਸਾਬ ਜੇ। ਹੁਣ ਤੁਸੀਂ ਕਹੋਗੇ ਮੁਸਲਮਾਨ ਨੂੰ ਕਿਹਾ, ਹਿੰਦੂ ਨੂੰ ਕਿਹਾ, ਸਾਨੂੰ ਕੁਛ ਨਹੀਂ ਕਿਹਾ। ਭਾਈ ਸਾਹਿਬ ਕਿਸੇ ਮੁਸਲਮਾਨ ਤੇ ਹਿੰਦੂ ਦੀ ਗੱਲ ਨਹੀਂ ਜੇ, ਇਹ ਸਾਰਿਆਂ ਲਈ ਗੱਲ ਜੇ। ਠੀਕ ਹੈ ਜੀ। ਗੁਰੂ ਪੀਰ ਹਮਾਰਾ ਤਾਂ ਹਾਮਾ ਤਾਂ ਭਰੇ। ਹਾਮਾ ਮਤਲਬ ਸਾਕਸ਼ੀ ਤਾਂ ਭਰਦਾ ਹੈ। ਗੁਰੂ ਪੀਰ ਜਿਹੜਾ ਹੈਗਾ ਤਾਂ ਸਾਕਸ਼ੀ ਭਰੇਗਾ ਭਾਈ, ਜਾਂ ਮੁਰਦਾਰ ਨਾ ਖਾਏ। ਜੇ ਤੂੰ ਦੂਸਰੇ ਦਾ ਹੱਕ ਨਹੀਂ ਖਾਏਗਾ ਤੇ ਤਾਂ ਗੁਰੂ ਪੀਰ ਤੇਰਾ ਹਾਮਾ ਭਰੂਗਾ, ਉੱਥੇ ਜਿਹੜਾ ਹੈ ਤੈਨੂੰ ਛਡਾ ਲੂਗਾ। ਨਹੀਂ ਤਾਂ ਭਾਈ ਗੁਰੂ ਪੀਰ ਜਿਹੜਾ ਹੈਗਾ ਕੋਈ ਹਾਮਾ ਨਹੀਂ ਭਰਦਾ ਭਾਈ। ਹਾਂਜੀ ਵੀਰ ਜੀ। ਹੁਣ ਮੇਰੀ ਗੱਲ ਸੁਣੋ, ਕੱਲ ਪਰਮਜੀਤ ਕਹਿੰਦੇ ਸੀ ਕਿ ਵੀਰ ਜੀ ਤੇ ਜੇ ਰੱਬ ਹੀ ਸਭ ਕੁਝ ਕਰਦੇ ਆ ਤੇ ਸਾਨੂੰ ਕਾਹਨੂੰ ਪਰੇਸ਼ਾਨੀ ਮਿਲਦੀ ਆ। ਪਰ ਬਾਣੀ ਏਦਾਂ ਦੀ ਗੱਲ ਕਿਤੇ ਨਹੀਂ ਮੰਨਦੀ ਕਿ ਰੱਬ ਕਰ ਲਿਆ। ਉਹ ਸਾਰਾ ਤੁਹਾਨੂੰ ਹੀ ਕਹਿ ਰਹੇ ਆ, ਤੁਸੀਂ ਕਰ ਰਹੇ ਜੋ। ਰੱਬ ਦਾ ਕੋਈ ਕਨੈਕਸ਼ਨ ਨਹੀਂ ਹੈਗਾ। ਠੀਕ ਹੈ। ਉਹ ਕਹਿੰਦੇ ਆ ਕਿ ਗੁਰਪੀਰ ਹਮਾਰਾ ਤਾਂ ਭਰੇ। ਹਾਮਾ ਹੁਣ ਤੁਸੀਂ ਵੇਖੋ, ਹੁਣ ਤੁਹਾਡੇ ਮਹੱਲੇ ਕੋਈ ਚੋਰ ਹੋਵੇ, ਤੁਸੀਂ ਉਹਦੀ ਜ਼ਿੰਮੇਵਾਰੀ ਚੁੱਕੋਗੇ? ਨਾ। ਨਿਜ ਸਾਹਿਬ ਚੁੱਕ ਲੋਗੇ? ਨਾ। ਰੱਬ ਕਿੱਦਾਂ ਚੁੱਕ ਲੂਗਾ ਤੁਹਾਡੀ? ਗੁਰੂ ਨੇ ਚੁੱਕਣੀ, ਗੁਰੂ ਕਿਵੇਂ ਚੁੱਕ ਲੂਗਾ? ਉਹ ਕਦਾ ਕਹਿ ਦੂਗਾ ਕਿ ਬਈ ਬੜਾ ਵਧੀਆ ਕੰਮ ਹੈ, ਹਾਂ ਮੇਰਾ ਸਿੱਖ ਆ, ਸਰਟੀਫਿਕੇਟ ਦੇ ਦਿਓ, ਹਾਂ ਮੇਰਾ ਸਿੱਖ ਹੈਗਾ, ਹਾਂ ਮੇਰਾ ਚੇਲਾ ਹੈਗਾ, ਇਹਨੂੰ ਛੱਡ ਦੋ। ਉਹ ਕਹਿੰਦੇ ਨਾ ਬੀਬੀ ਜਵਾਲਾ ਦੀ ਮਾਤਾ ਚੱਲ ਗਈ, ਕਹਿੰਦੇ ਉਹਨੂੰ ਵਾਪਸ ਭੇਜਤਾ, ਇਹ ਬਾਬੇ ਦੀ ਮਾਤਾ ਹੈਗੀ ਹੈ, ਛੱਡ ਦੋ ਇਹਨੂੰ। ਤੇ ਉਹ ਹਿਸਾਬ ਇੱਥੇ ਆ ਕਿ ਫਿਰ ਬਾਣੀ ਤੇ ਤਾਂ ਕਹਿੰਦੀ ਨੀ ਹੈ, ਬਾਣੀ ਮੰਨਦੀ ਨੀ ਨਾ। ਜੋ ਤੇਰੇ ਕਰਮਾਂ ਦਾ ਜਿਹੜਾ ਲੇਖਾ ਹੈ ਉਹਦੇ ਉੱਪਰ ਬੇਸ ਤੇ ਕੰਮ ਚੱਲਣਾ। ਬਿਲਕੁਲ। ਹੁਣ ਸੱਚੀ ਗੱਲ ਆ। ਹੁਣ ਤੁਸੀਂ ਇੱਥੇ ਬੀਜੀ ਕਣਕ ਤੇ ਕਣਕ ਹੀ ਉਗਣੀ ਆ, ਝੋਨਾ ਬੀਜੇ ਤਾਂ ਝੋਨਾ ਉਗਣਾ, ਉੱਥੇ ਸਟਾਲਾ ਕਿੱਥੋਂ ਗੁਜੂਗਾ? ਹਾਂ, ਜੇ ਕਿੱਕਰ ਬੀਜਾਂਗੇ ਤੇ ਕਿੱਕਰ ਉਗੂਗੀ। ਹਾਂ, ਪਰ ਆਪਾਂ ਏਦਾਂ ਜੇ ਜ਼ਮੀਨ ਚ ਨਹੀਂ ਏਦਾਂ ਕਰ ਸਕਦੀ ਤੇ ਫਿਰ ਆਪਾਂ ਬਾਹਰ ਕਿਉਂ ਸੋਚਦੇ ਹਾਂ? ਪਰਮਾਤਮਾ ਦੇ ਘਰ ਚ ਆਪਾਂ ਇਹਨਾਂ ਮੂਰਖਾਂ ਲੋਕਾਂ ਦੀਆਂ ਗੱਲਾਂ ਕਿਉਂ ਸੁਣ ਲੈਂਦੇ ਆ? ਇੱਥੇ ਬਾਬਾ ਜੀ ਕਹਿੰਦੇ ਕਿ ਨਾਮ ਲੈ ਜਾਓ ਮੇਰੇ ਕੋਲੋਂ ਤੇ ਜਾਓ ਘਰ ਨਜ਼ਾਰੇ ਲਾਓ, ਢੋਲੇ ਤੇ ਮਾਈਏ ਗਾਓ, ਮੈਂ ਜ਼ਿੰਮੇਵਾਰ ਆ, ਤੁਸੀਂ ਮੁਕਤ ਹੋ ਗਏ, ਤੁਸੀਂ ਗੁਰੂ ਵਾਲੇ। ਇੱਥੇ ਦੱਸੋ ਬਾਣੀ ਚ ਲੈਣ ਕਿਉਂ ਨਹੀਂ ਆਉਂਦੀ? ਇੱਕ ਵੀ ਲੈਣ। 2 ਸਾਲ ਹੋ ਗਏ ਨੇ ਚ ਸਭ ਆਪਾਂ ਨੂੰ ਤੁਰਿਆਂ ਨੂੰ। ਬਿਲਕੁਲ ਹੋ ਗਏ, ਕਿੰਨਾ ਲੰਮਾ ਸਮਾਂ ਹੋ ਗਿਆ। ਇੱਕ ਵੀ ਤੁਕ ਮੈਨੂੰ ਦੱਸੋ ਕਿੱਥੇ ਲਿਖੀ ਹੈ ਕਿ ਬਾਬਾ ਜੀ ਇੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਕਿ ਮੇਰੇ ਤੋਂ ਨਾਮ ਲੈ ਜਾਓ, ਨਜ਼ਾਰੇ ਲਾਓ, ਨਾ ਮੇਰੀ ਜ਼ਿੰਮੇਵਾਰੀ, ਮੈਂ ਜਾਣਾ ਤੇ ਰੱਬ ਜਾਣਾ। ਉਹ ਕਹਿੰਦੇ ਨਾ, ਮੈਂ ਵੀ ਹਾਮੀ ਤੇਰੀ ਤਾਂ ਭਰਾਂਗਾ। ਪਹਿਲਾਂ ਭਰਾ ਤੂੰ ਦੇਖ, ਮੁਰਦਾਰ ਤੇ ਨਹੀਂ ਖਾਣ ਦਿਆ, ਕਦੇ ਮੁਰਦਾ ਤੇ ਨਹੀਂ ਖਾਣ ਦਿਆ, ਕਿਤੇ ਪਰਾਇਆ ਹੱਕ ਤੇ ਨਹੀਂ ਖਾਣ ਦਿਆ ਤੂੰ, ਤੇ ਫਿਰ ਮੈਂ ਤੇਰੀ ਹਾਮੀ ਨਹੀਂ ਭਰਦਾ। ਪਰ ਇੱਥੇ ਬਾਬੇ ਬਥੇਰੇ ਹੈਗੇ, ਮੇਰਾ ਪੰਜਾਬ ਚ ਕਿੰਨੇ ਹੈਗੇ। ਉਹ ਕਹਿੰਦੇ ਫਿਕਰ ਨਾ ਕਰੋ, ਤੁਹਾਡੀ ਜ਼ਿੰਮੇਵਾਰੀ ਸਾਡੀ ਹੈ। ਆਪ ਦੇਖ ਲਓ, ਗੁਰੂ ਗੋਪਾਲ ਜੀ ਬਾਬਾ ਜੀ ਕਹੀ ਜਾਂਦੇ ਆ ਕਿ ਇੱਥੇ ਇੰਨੇ ਸੁਖਮਨੀ ਸਾਹਿਬ ਦੇ ਪਾਠ ਕਰਾ ਦਿਓ, ਇੰਨੇ ਜਪਜੀ ਸਾਹਿਬ ਦੇ। ਇੱਥੇ ਬਾਣੀ ਚ ਤੇ ਕੁਛ ਕਿਹਾ ਨੀ ਉਹਨਾਂ ਨੇ। ਨਾ, ਬਾਣੀ ਤਾਂ ਕਹਿੰਦੇ ਆ ਜਿਹੜਾ ਜੋ ਪਾਠ ਕਰ ਰਿਹਾ ਹੈ, ਜੋ ਪੜ੍ਹ ਰਿਹਾ ਆ ਭਾਈ, ਉਹਨੂੰ ਵਿਚਾਰ ਕਰ ਤੇ ਵਿਚਾਰ ਕਰਕੇ ਜਿਹੜਾ ਹੈਗਾ ਉਹਦੇ ਤੇ ਅਮਲ ਕਰ। ਬਸ
ਉਹਦੀ ਕਮਾਈ ਕਰ, ਹਾਂ, ਸੱਚ ਦੀ ਕਮਾਈ। ਪਰ ਨਿੱਜਰ ਸਾਹਿਬ ਤੇ ਨਿੱਜਰ ਸਾਹਿਬ ਤੇ ਜਿਹੜਾ ਬੰਦਾ ਜਿਹਨੇ ਖੁਦ ਹੀ ਨਹੀਂ ਬਾਣੀ ਨੂੰ ਪੜ੍ਹਿਆ, ਹੁਣ ਪ੍ਰਚਾਰ ਬਾਣੀ ਵੀ ਕੱਲ ਕਹਿੰਦੀ ਸੀ, ਇਹ ਚ ਹੁਣ ਤੁਸੀਂ ਕਹਿਣਾ ਵਾ ਕਿ ਇਹ ਗਲਤ, ਮੈਂ ਉਹਦੇ ਖਿਲਾਫ ਬੋਲਣੇ ਆ ਬਾਬੇ ਦੇ, ਪਰ ਮੈਨੂੰ ਕੀ ਲੋੜ ਵੀ ਬੋਲਣ ਦੀ? ਕੱਲ ਵੀ ਬਾਣੀ ਕਹਿੰਦੀ ਆ ਕਿ ਤੂੰ ਖੁਦ ਨਹੀਂ ਜਪਿਆ, ਤੂੰ ਖੁਦ ਨਹੀਂ ਲੱਭਿਆ, ਤੇ ਫਿਰ ਤੂੰ ਅੰਨਾ ਠੇਲੀਏ, ਫਿਰ ਸਾਰੇ ਨੂੰ ਲਈ ਜਾ ਫਿਰ ਦਲਦਲ ਚ। ਬਿਲਕੁਲ। ਅਮਰਪਾਲ ਜੀ। ਅਮਰਪਾਲ ਜੀ, ਆਪ ਕੁਝ ਕਹਿਣਾ? हाँ जी, गोरखी साहब मेरे खालसा वाहेगुरू जी की फतेह। हाँ जी, फतेह जी। अभी चाहूंगा, मैं बोलना नहीं सी, पर ਤੁਹਾਡਾ ਟੌਪਿਕ ਬੜਾ ਵਧੀਆ ਸੀ, ਇਸ ਕਰਕੇ ਮੈਂ ਸਿਰਫ 2 ਮਿੰਟ ਗੱਲ ਕਰਨੀ ਆ। ਬੋਲੋ ਸਰ। ਜਿਸ ਤਰ੍ਹਾਂ ਤੁਸੀਂ ਨਾਮ ਬਾਰੇ ਵਿਚਾਰ ਕਰ ਰਹੇ ਨਾ, ਹੈਲੋ। ਹਾਂਜੀ ਹਾਂਜੀ, ਬੋਲੋ ਹਾਂਜੀ, ਬੋਲੋ। ਆਪਣੇ ਗੋਰਖੀ ਸਾਹਿਬ, ਨਾਮ ਕੋਈ ਕਿਸੇ ਨੂੰ ਦਿੰਦਾ ਨਹੀਂ। ਨਾਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਣੀ ਆਉਂਦਾ ਕਿ ਵੱਖਰ ਕੋ ਲੈਣ ਤੂੰ ਆਇਓ, ਰਾਮ ਨਾਮ ਸੰਤਨ ਕਰ ਪਾਇਓ। ਕੋਈ ਅੱਖਰਾਂ ਚ ਨਾਮ ਤਾਂ ਹੈ ਹੀ ਨਹੀਂ। ਕੋਟ ਨਾਮ ਸੰਸਾਰ ਮੇ ਤਾਤੇ ਮੁਕਤਾ ਹੈ, ਆਦ ਨਾਮ ਜੋ ਗੁਪਤ ਹੈ, ਬਿਰਲਾ ਬੁਝ ਕੋਏ। ਜਿਸ ਤਰ੍ਹਾਂ ਆਪਣੇ ਘਰ ਦੇ ਵਿੱਚ ਹੀ ਇਨਵਰਟਰ ਆ, ਬੈਟਰੀ ਆ ਤੇ ਲਾਈਟ ਆ, ਤੇ ਟੈਕਨੀਸ਼ੀਅਨ ਆਉਂਦਾ ਵਾ ਤੇ ਕਨੈਕਸ਼ਨ ਕਰ ਦਿੰਦਾ, ਚਾਰਜਿੰਗ ਸ਼ੁਰੂ ਹੋ ਜਾਂਦੀ ਆ। ਨਾਮ ਕਿਤੋਂ ਮਿਲਦਾ ਨਹੀਂ ਆ। ਅਸੀਂ ਜਦੋਂ ਜਿਹੜੀ ਤੁਸੀਂ ਮੈਡੀਟੇਸ਼ਨ ਤੁਸੀਂ ਕਰਾ ਰਹੇ ਨਾ, ਉਹੀ ਨਾਮ ਤੱਕ ਲੈ ਕੇ ਜਾ ਰਹੀ ਆ। ਬਿਲਕੁਲ ਸਹੀ। ਜਦੋਂ ਤੁਸੀਂ ਖੁਦ ਇਕਾਗਰਤਾ ਕਰਕੇ ਆਪਣੇ ਅੰਦਰੋਂ ਲੱਭੋਗੇ ਨਾ, ਉਹ ਨਾਮ ਆ। ਨਾਮ ਕੋਈ ਕਿਸੇ ਨੂੰ ਦੇ ਨਹੀਂ ਸਕਦਾ, ਤੇ ਨਾਮ ਕਿਤੋਂ ਮਿਲਦਾ ਹੀ ਆ। ਨਾਮ ਅਸੀਂ ਇਸ ਧਰਤੀ ਤੇ ਲੈ ਕੇ ਆਏ ਆ। ਸਾਡੇ ਸਰੀਰ ਦੇ ਵਿੱਚ ਨਾਮ, ਜਿੰਨਾ ਚਿਰ ਅਸੀਂ ਜੀਂਦੇ ਆ, ਸਾਡੇ ਅੰਦਰ ਨਾਮ ਆ। ਜਦੋਂ ਅਸੀਂ ਮਰ ਜਾਂਦੇ ਆ ਤੇ ਚਾਰ ਚੱਕ ਕੇ ਸਾੜ ਆਉਂਦੇ, ਉਦੋਂ ਨਾਮ ਨਿਕਲ ਜਾਂਦਾ ਵਾ। ਆਪਣੇ ਅੰਦਰੋਂ ਨਾਮ ਅਸੀਂ ਖੁਦ ਪ੍ਰਗਟ ਕਰਨਾ ਵਾ। ਕਿਸੇ ਨੇ ਨਹੀਂ ਕਿ ਨਾਮ ਸਾਨੂੰ ਦੇਣਾ। ਬਾਕੀ ਦੁਨੀਆ ਤੇ ਭਰਮੀ ਆ ਵੀ ਕੋਈ ਨਾਮ ਦਿੰਦਾ ਤੇ ਕੋਈ ਨਾਮ ਲੈਂਦਾ ਵਾ। ਅਮਰਪਾਲ ਜੀ, ਜਿਹੜਾ ਪਰ ਨਹੀਂ, ਟਾਪਿਕ ਇਹ ਨਹੀਂ ਹੈ ਨਾ, ਟਾਪਿਕ ਤਾਂ ਹੋਰ ਚੱਲ ਰਿਹਾ। ਹਾਂ, ਨਾਮ ਚਲੋ ਕੋਈ ਗੱਲ ਨਹੀਂ ਆ, ਟਾਪਿਕ ਹੋਰ ਇਹ ਨਿੱਜਰ ਸਾਹਿਬ ਵੈਸੇ ਵੀ ਟਾਪਿਕ ਸੱਚ ਦਾ ਚੱਲ ਰਿਹਾ ਨਾ। ਇਹ ਤਾਂ ਸੱਚ ਦੀ ਗੱਲ ਕਰ ਰਹੇ, ਗੱਲ ਝੂਠ ਤੇ ਸੱਚ ਦੀ ਗੱਲ ਕਰ ਰਹੇ ਆ। ਮੁਰਦਾਰ ਤੇ ਕੱਲ ਦੀ, ਉਹ ਕੱਲ ਦਾ ਟੌਪਿਕ ਹੈਗਾ ਸੀ ਉਹ। ਚਲੋ ਕੋਈ ਗੱਲ ਨਹੀਂ। ਅਮਰਪਾਲ ਜੀ, ਆਪਨੇ ਸੋਹਣੇ ਵਿਚਾਰ ਦਿੱਤੇ ਆ ਕਿ ਇਨਸਾਨ ਤੇ ਉਹ ਨਿੱਜਰ ਸਾਹਿਬ ਕਰਦੇ ਹੀ ਆ ਨਾ। ਉਹ ਨਾਮ ਨਾ ਦੇਣਗੇ ਤੇ ਫਿਰ ਤੁਸੀਂ ਉੱਥੇ ਕੀ ਕਰਨ ਜਾਓਗੇ, ਦੱਸੋ ਮੈਨੂੰ। ਔਰ ਨਾਮ ਤਾਂ ਜਿਹੜਾ ਹੈਗਾ, ਬਾਣੀ ਵੀ ਤਾਂ ਕਹਿੰਦੀ ਨਹੀਂ। ਨਿੱਜਰ ਸਾਹਿਬ, ਮੈਂ ਬਾਬਾ ਬਣ ਜਾ, ਦੁਕਾਨਾਂ ਬੰਦ ਹੋ ਜਾਣਗੀਆਂ ਵੀਰ ਜੀ, ਫਿਰ ਉਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਨਾ। ਅੱਜ ਮੈਂ ਤੁਹਾਨੂੰ ਕਹਿ ਦਾਂਗੇ, ਮੈਂ ਤੁਹਾਨੂੰ ਕਹਾਂ ਕਿ ਬਈ ਇੱਥੇ ਕੋਈ ਨਾਮ ਨੂੰ ਨਹੀਂ ਹੈਗਾ, ਘਰੇ ਬਹੁ, ਤੇ ਫਿਰ ਗੱਲ ਖਤਮ ਹੋ ਗਈ। ਇੱਥੇ ਪੰਗਾ ਪੈ ਗਿਆ ਨਾ, ਫਿਰ ਬਿਜਨਸ ਕਿੱਥੋਂ ਹੋਣਾ? ਲੋਕੀ ਨਹੀਂ ਆਉਣਗੇ ਤੇ ਪੈਸੇ ਕਿੱਥੋਂ ਚੱਲਣੇ? ਹੁਣ ਮੇਰੇ ਹਿਸਾਬ ਨਾਲ ਪੰਜਾਬ 'ਚ 40-50% ਲੋਕ ਇਹ ਧਾਰਮਿਕ ਸਥਾਨ ਤੇ ਬਹਿ ਕੇ ਰੋਟੀ ਖਾਂਦੇ। ਇੰਨਾ ਜ਼ਿਆਦਾ ਬਿਜਨਸ ਸਾਡੇ ਤੋਂ ਜ਼ਿਆਦਾ ਵਾ। ਪਿੰਡਾਂ ਦੇ ਵਿੱਚ ਵੇਖੋ 3-3 4-4 ਗੁਰਦੁਆਰੇ ਨੇ। ਗਲਤ ਨਹੀਂ ਆ, ਮੈਂ ਨਹੀਂ ਕਹਿੰਦਾ ਕੋਈ ਮਾੜੀ ਚੀਜ਼ ਆ, ਠੀਕ ਆ, ਪਰ ਉਹਨੂੰ ਕਿੱਤਾ ਬਣਨਾ ਹੋਇਆ ਲੋਕਾਂ ਨੇ। ਬਿਲਕੁਲ। ਬਾਣੀ ਵੀ ਕਹਿੰਦੀ ਹੈ, ਗੋਰਖੀ ਸਾਹਿਬ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਇਹ ਤਾਂ ਦੇਹੀ 'ਚ ਗੁਪਤ ਹੈਗਾ ਪਾਏ, ਤੇ ਜਿਹੜਾ ਮਰਜੀ ਜਿਹੜਾ ਹੈਗਾ ਬ੍ਰਹਮ ਗਿਆਨ ਦੇ ਅਨੁਸਾਰ ਜਿਹੜਾ ਹੈਗਾ, ਬ੍ਰਹਮ ਗਿਆਨ ਦੇ ਅਨੁਸਾਰ ਚੱਲ ਕੇ ਸੱਚ ਦੀ ਕਮਾਈ ਕਰਕੇ ਤੇ ਪਾ ਲੈਂਦਾ। ਹੁਣ ਅੱਗੇ ਆਪਾਂ ਕਹਿੰਦੇ, ਗੱਲੀ ਪਿਸ਼ਤ ਨਾ ਜਾਈਏ, ਛੁੱਟੈ ਸੱਚ ਕਮਾਏ। ਕਹਿੰਦੇ ਗੱਲਾਂ ਦੇ ਨਾਲ ਤਾਂ ਨਾਮ ਮਿਲਣਾ ਨਹੀਂ ਹੈ ਪਿਆਰਿਆ, ਕਮਾਈ ਕਰਨੀ ਪੈਣੀ ਆ, ਸੱਚ ਦੀ ਕਮਾਈ ਕਰਨੀ ਪੈਣੀ ਆ, ਤਾਂ ਛੁੱਟ ਸਕਦਾ ਹੈ। ਨਹੀਂ ਤਾਂ ਜਿਹੜਾ ਹੈਗਾ ਕੋਲੂ ਦੇ ਬੈਲ ਵਾਂਗੂ ਚੱਲੀ ਜਾਊਗੀ, ਇਹ ਗੱਡੀ ਚੱਲੀ ਜਾਣੀ ਇਸੇ ਤਰੀਕੇ ਦੇ ਨਾਲ। ਹਾਂਜੀ ਵੀਰ ਜੀ। ਦੇਖੋ, ਕਹਿੰਦੇ ਗੱਲੀ ਗੱਲ ਨਹੀਂ ਬਣਨੀ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਉਹ ਕਹਿੰਦੇ। ਬਿਲਕੁਲ। ਗੱਲਾਂ 'ਚ ਆਪਾਂ ਬਹੁਤ ਚੰਗੇ ਆ। ਜਦੋਂ ਗੱਲਾਂ ਦੇ ਨਾਲ ਕੋਈ ਕਰਨਾ ਹੋਵੇ ਤੇ ਸਾਡੇ ਵਰਗੇ ਸਾਰੇ ਬੋਲਣਾ ਸ਼ੁਰੂ ਕਰ ਦਿੰਦੇ ਆ। ਔਰ ਜਦੋਂ ਚੱਲਣ ਦਾ ਟਾਈਮ ਆਉਂਦਾ, ਅਸੀਂ ਅੱਖਾਂ ਬੰਦ ਕਰਕੇ ਵਹਿੰਦੇ ਵੀ ਨਹੀਂ, ਉੱਥੇ ਅਸੀਂ ਨਿਕਲ ਜਾਂਦੇ ਆ। ਸੜਕ ਤੇ ਪੱਥਰ ਪਿਆ ਹੁੰਦਾ, ਬਸ ਸਾਰਾ ਟੱਬਰ ਲੰਘੀ ਜਾਂਦਾ, ਕੋਈ ਨਹੀਂ ਵਹਿੰਦਾ ਕਿ ਇਹਨੂੰ ਚੁੱਕ ਕੇ ਪਰੇ ਕਰ ਦਈਏ। ਸਾਈਡ ਤੇ ਗੱਡੀ ਕੱਢ ਕੇ ਗਾਂਹ ਜਾਂਦੇ ਲੋਕੀ, ਪਰ ਪ੍ਰਕਿਰਤੀ ਤੇ ਵਹਿੰਦੀ ਪਈ ਹੈ। ਤੂੰ ਕੀ ਕਰ ਰਿਹਾ? ਪ੍ਰਕਿਰਤੀ ਇੱਥੋਂ ਤੱਕ ਵਹਿੰਦੀ ਪਈ ਹੈ ਕਿ ਤੇਰੇ ਕਰਮ ਕੀ ਹੈ। ਤੁਸੀਂ ਜੰਗਲ 'ਚ ਵੀ ਕਿਸੇ ਰੁੱਖ ਨੂੰ ਪਾਣੀ ਪਾਤਾ ਨਾ, ਉਹ ਵੀ ਕਬੂਲ ਆ, ਪਰ ਮੇਰੇ ਵਰਗਾ ਪਾਣੀ ਪਤਾ ਕਿੱਥੇ ਪਾਉਂਦਾ ਹੈ? ਜਿੱਥੇ ਲੋਕੀ ਵੇਖਣ ਦੇ ਆ। ਉਹ ਸਾਫ਼ ਜਗ੍ਹਾ ਹੈਗੀ ਹੈ, ਬਾਬੇ ਸ਼ਹੀਦੀ ਦਰਬਾਰ ਸਾਹਿਬ, ਵਾਧੂ ਸਾਫ਼ ਜਗ੍ਹਾ, ਜਿੰਨੀ ਮਰਜ਼ੀ ਸਫਾਈ ਕਰੀ ਜਾਓ, ਉੱਥੇ ਲੋਕੀ ਸਫਾਈ ਕਰਨਗੇ। ਤੇ ਜਿੱਥੇ ਐਕਚੁਅਲੀ ਗੰਦ ਗੁੰਦ ਪਿਆ, ਉੱਥੇ ਕੋਈ ਜਾਂਦਾ ਹੀ ਨਹੀਂ, ਉਹ ਕਿੱਥੇ ਬੰਦੇ ਨਹੀਂ ਹੈਗੇ, ਵੇਂਦਾ ਕੋਈ ਨਹੀਂ ਪਿਆ।
ਦੇਖੋ ਤੁਸੀਂ ਆਪਣੇ ਜੀਵਨ 'ਚ ਜਿੱਥੇ ਵੀ ਜਾ ਰਹੇ ਜੋ, ਜਿੱਥੇ ਵੀ ਤੁਸੀਂ ਚੰਗਾ ਕੰਮ ਕਰ ਰਹੇ ਜੋ, ਪ੍ਰਕਿਰਤੀ ਤੁਹਾਨੂੰ ਵੇਖਣ ਦੀ ਆ। ਬਿਲਕੁਲ। ਤੁਹਾਡਾ ਲਿਫਾਫਾ ਚੁੱਕਿਆ ਵੀ ਵੇਖਣ ਦੀ ਹੈ ਤੇ ਤੁਹਾਡਾ ਲਿਫਾਫਾ ਸੁੱਟਿਆ ਵੀ ਵੇਖਣ ਦੀ ਹੈ। ਸੱਚ ਤੇ ਇਹ ਹੈ। ਤੇ ਬੰਦਾ ਸੋਚਦਾ ਕਿ ਨਹੀਂ, ਧਾਰਮਿਕ ਸਥਾਨ ਤੇ ਮੈਂ ਬਿਲਕੁਲ ਇੱਥੇ ਸਫਾਈ ਕਰਨੀ ਆ, ਤੇ ਜਦੋਂ ਗੁਰਦੇ ਚੋਂ ਬਾਹਰ ਆਉਂਦਾ ਗੰਦ ਪਾਈ ਜਾਂਦਾ। ਤੇ ਆਪ ਸੋਚੋ ਕਿ ਪ੍ਰਮਾਤਮਾ ਤੁਹਾਡੀ ਉਸ ਹਰਕਤ ਨੂੰ ਬੜਾ ਪਸੰਦ ਕਰੇਗਾ ਕਿ ਬੜਾ ਵਧੀਆ ਕੰਮ ਕਰ ਰਿਹਾ, ਗੁਰਦੇ 'ਚ ਪੂਰੀ ਸਫਾਈ ਆ, ਬਾਕੀ ਸਾਰਾ ਦਿਨ ਗੰਦ ਪਾਉਂਦਾ, ਇਸ ਬੰਦੇ ਨੂੰ ਮਾਫ ਕਰ ਦਿਓ। ਤੇ ਜੇਕਰ ਆਪਾਂ ਏਦਾਂ ਸੋਚ ਰਹੇ ਹਾਂ ਤਾਂ ਬਾਣੀ ਮਨਾ ਕਰ ਰਹੀ ਹੈ। ਬਾਣੀ ਕਹਿੰਦੀ ਏਦਾਂ ਦਾ ਕੋਈ ਸਿਸਟਮ ਨਹੀਂ ਹੈਗਾ। ਹਾਂਜੀ ਨਜਰ ਸਾਹਿਬ, ਅੱਗੇ ਚੱਲੀਏ। ਮਾਰਨ ਪਾਏ ਹਰਾਮ ਮੈਂ, ਹੋਏ ਹਲਾਲ ਨਾ ਜਾਏ। ਕਹਿੰਦੇ ਹਰਾਮ ਦੀ ਕਮਾਈ ਹੈ ਤੇਰੀ, ਹਰਾਮ ਦੇ ਵਿੱਚ ਜਿਹੜਾ ਹੈਗਾ ਜਿੰਨਾ ਮਰਜ਼ੀ ਤੂੰ ਮਸਾਲਾ ਪਾ ਲਾ। ਮਾਰਨ ਜਿਹੜਾ ਹੈਗਾ ਜਿੰਨੀ ਮਰਜ਼ੀ ਦਲੀਲਬਾਜ਼ੀ ਕਰ ਲਾ, ਜਿੰਨੀ ਮਰਜ਼ੀ ਬਹਿਸ ਮੁਬੈਸਾ ਕਰ ਲਾ, ਉਹਨੇ ਹਰਾਮ ਨੇ ਹਲਾਲ ਨਹੀਂ ਹੋਣਾ ਪਾਈ। ਝੂਠ ਨੇ ਝੂਠ ਰਹਿਣਾ ਹੈ, ਸੱਚ ਨਹੀਂ ਹੋ ਜਾਣਾ ਉਹਨੇ। ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ। ਕਹਿੰਦੇ ਗੱਲੀ ਕੂੜੀ ਆ, ਝੂਠੀਆਂ ਗੱਲਾਂ ਹੈਗੀਆਂ ਪਾਈ, ਕੂੜੀਆਂ ਗੱਲਾਂ ਹੈਗੀਆਂ ਆ। ਇਹਨਾਂ ਦੇ ਨਾਲ ਜਿਹੜਾ ਹੈਗਾ ਆਪਾਂ ਨੂੰ, ਜੇ ਝੂਠ ਦੇ ਨਾਲ ਲੱਗੇ ਹੋਏ ਆ ਪਾਈ, ਤੇ ਆਪਾਂ ਕੂੜੀ ਪੱਲੇ ਮਿਲਣਾ ਹੈ ਆਪਾਂ ਨੂੰ। ਆਪਾਂ ਨੇ ਨਿਕਲ ਨਹੀਂ ਸਕਦੇ ਇਸ ਸੰਸਾਰ ਸਮੁੰਦਰ ਤੋਂ, ਨਹੀਂ ਨਿਕਲ ਸਕਦੇ ਪਾਏ। ਇਸ ਤ੍ਰਿਸ਼ਨਾ ਦੀ ਅੱਗ ਤੋਂ ਆਪਾਂ ਨਹੀਂ ਨਿਕਲ ਸਕਦੇ। ਇਹਦੇ ਵਿੱਚ ਹੀ ਆਪਣਾ ਮਨੁੱਖੀ ਜੂਨ ਸੜ ਜਾਏਗੀ, ਔਰ ਫਿਰ ਜਿਹੜਾ ਹੈਗਾ ਆਪਾਂ ਉਹਦੇ ਵਿੱਚ ਕੋਲੂ ਦੇ ਬੈਲ ਵਾਂਗੂ ਘੁੰਮਣ ਲੱਗ ਜਾਵਾਂਗੇ। ਹਾਂਜੀ ਵੀਰ ਜੀ। ਹਾਂਜੀ, ਉਹ ਕਹਿ ਰਹੇ ਨੇ ਕਿ ਭਾਵੇਂ ਤੂੰ ਲੱਖ ਝੂਠ ਮਾਰੀ ਜਾ, ਹਾਂ, ਤੇ ਝੂਠ ਨੇ ਸੱਚ ਨਹੀਂ ਹੋਣਾ। ਬਿਲਕੁਲ ਨਹੀਂ ਹੋਣਾ। ਸੱਚ ਨੇ ਕਦੋਂ ਸੱਚ ਹੋਣਾ? ਜੇ ਤੂੰ ਸੱਚ ਬੋਲਤਾ, ਗੱਲ ਖਤਮ। ਤੇ ਬਾਹਰ ਜੇ ਤੂੰ ਕਵਰਿੰਗ ਕਰ ਰਿਹਾ, ਬੜਾ ਮੇਕਅਪ ਕਰ ਲਾ, ਪਰ ਤੈਨੂੰ ਪਤਾ ਹੈ ਤੇਰੀ ਆਤਮਾ ਦੇ ਵਿੱਚ ਬਹੁਤ ਸ਼ਕਤੀ ਹੈ। ਵੇਖ ਲੈਣੀ ਉੱਥੇ ਥੱਲੇ ਤੇ ਮਲੀਨਤਾ ਲੁਕੀ ਹੋਈ ਹੈ। ਪਰ ਇਨਸਾਨ ਐਡਾ ਖਤਰਨਾਕ ਹੈ, ਇਹ ਆਪਣੇ ਔਗਣਾਂ ਨੂੰ ਲੁਕਾ ਲੈਂਦਾ, ਪ੍ਰਗਟ ਨਹੀਂ ਹੋਣ ਦਿੰਦਾ, ਕਿਉਂਕਿ ਅੰਦਰ ਜੋ ਚੱਲਦਾ ਹੈ ਕੇਵਲ ਇਹਨੂੰ ਪਤਾ ਹੈ। ਪਰ ਕਦੇ ਚਿੰਤਨ ਵੀ ਨਹੀਂ ਕਰਦਾ ਕਿ ਸਾਹਮਣੇ ਤੇ ਚੀਜ਼ ਹੈ, ਉਹਨੂੰ ਵੇਖ ਕੇ ਮੇਰੇ ਅੰਦਰ ਤਰੰਗ ਕਿਉਂ ਪੈਦਾ ਹੋ ਰਹੀ ਹੈ। ਜਦੋਂ ਤੁਸੀਂ ਇਹਨਾਂ ਲੈਵਲ ਦਾ ਸੋਚੋਗੇ ਤਾਂ ਹੀ ਤੁਹਾਡਾ ਹੱਲ ਵੀ ਲੱਭੂਗਾ। ਤੇ ਜਦੋਂ ਆਪਾਂ ਸੋਚਦੇ ਹਾਂ ਬਹੁਤ ਵਧੀਆ, ਸਭ ਕੁਝ ਓਕੇ ਰਿਪੋਰਟ ਚੱਲਦੀ ਹੈ, ਫਿਰ ਕਹਿੰਦੇ ਵੀ ਠੀਕ ਹੈ। ਪਰ ਉਹ ਗੁਰਬਾਣੀ ਦੀ ਤੁਕ ਤੇ ਇਹ ਚੀਜ਼ ਨੂੰ ਮਨਾ ਕਰ ਰਹੀ ਹੈ। ਉਹ ਕਹਿੰਦੀ ਕਿ ਜੇ ਤੂੰ ਕੋਈ ਚੀਜ਼ ਵੇਖ ਕੇ ਤੇਰੇ ਅੰਦਰ ਚਿੰਬਕ ਪੈਦਾ ਹੋ ਰਹੀ ਹੈ, ਖਿਚਾਓ ਪੈਦਾ ਹੋ ਰਿਹਾ, ਇਹਦਾ ਮਤਲਬ ਕਿ ਤੇਰੇ ਅੰਦਰ ਬੁਖਾਰ ਹੈ। ਤਾਂ ਹੀ ਉਹ ਥਰਮਾਮੀਟਰ ਦਿਖਾ ਰਿਹਾ। ਚਾਹੇ ਕਾਮ ਆ, ਕ੍ਰੋਧ ਆ, ਲੋਭ ਆ, ਮੋਹ ਹੈ, ਹੰਕਾਰ ਹੈ, ਤੇਰੇ ਅੰਦਰ ਕੁਝ ਹੈ, ਤਾਂ ਹੀ ਉਹ ਚੀਜ਼ਾਂ ਪ੍ਰਗਟ ਹੋ ਰਹੀਆਂ ਨੇ। ਤੇ ਮੇਰੇ ਵਰਗਾ ਚਲਾਕ ਬੰਦਾ ਹੁੰਦਾ, ਉਹ ਕਵਰ ਕਰੀ ਜਾਂਦਾ। ਉਹ ਅੰਦਰ ਚੱਲਦੀਆਂ ਨੇ ਪਰ ਉਹ ਪ੍ਰਗਟ ਨਹੀਂ ਹੋਣ ਦਿੰਦਾ, ਦਿਖਾਉਂਦਾ ਨਹੀਂ ਪਿਆ, ਪਰ ਅੰਦਰ ਚੀਜ਼ ਹੈਗੀ ਆ। ਬਾਣੀ ਕਹਿੰਦੀ ਜੇ ਤੈਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਤੇ ਤਾਂ ਹੀ ਤੂੰ ਮੁਕਤ ਹੋ ਸਕਦਾ ਹੈ। ਤੇ ਜਦੋਂ ਤੂੰ ਉੱਤੇ ਉਹਨੂੰ ਪੈਚਅਪ ਕਰ ਲਿਆ, ਉੱਤੇ ਕੱਪੜੇ ਪਾ ਤੇ ਉਹਨੂੰ ਢੱਕਦਾ, ਤੇ ਨਿੱਜਰ ਸਾਹਿਬ ਫਿਰ ਗੰਦਗੀ ਤੇ ਘਰੇ ਪਈ ਆ, ਉਹ ਕਿਹੜੀ ਬਾਹਰ ਜਾਣੀ ਹੈ। ਹੁਣ ਮੇਰੇ ਘਰ 'ਚ ਗੰਦਗੀ ਪਈ ਹੈ, ਮੇਰੇ ਘਰ 'ਚ ਗੰਦ ਪਿਆ, ਇੱਕ 10-20 ਕਿਲੋ ਗੰਦ ਹੈਗਾ, ਔਰ ਮੈਂ ਫਰਕ ਤੇ ਮੇਰਾ ਇਹ ਬਣਦਾ ਕਿ ਉਹਨੂੰ ਚੁੱਕ ਕੇ ਬਾਹਰ ਸੁੱਟਾ, ਡਸਟਬਿਨ 'ਚ ਪਾਵਾਂ। ਪਰ ਮੈਂ ਉੱਥੇ ਕਿਤੇ ਚਾਦਰ ਪਾਉਂਦਾ, ਕਿਤੇ ਤਲਾਈ ਪਾਉਂਦਾ, ਕਿਤੇ ਕੰਬਲ ਪਾਉਂਦਾ। ਤੇ ਨਿੱਜਰ ਸਾਹਿਬ ਇਸ ਤਰ੍ਹਾਂ ਕਰਨ ਦੇ ਨਾਲ ਗੰਦਗੀ ਕਿੱਥੇ ਜਾਣੀ ਆ? ਉਹ ਗੰਦਗੀ ਕਿਤੇ ਨਹੀਂ ਜਾਣੀ, ਉੱਥੇ ਪਈ ਰਹਿਣੀ ਆ। ਬਿਲਕੁਲ। ਬਾਣੀ ਉਹ ਕਹਿੰਦੀ ਆ ਕਿ ਜੇ ਤੈਨੂੰ ਵੇਖੇਗਾ ਤੇ ਉਹਦਾ ਹੱਲ ਵੀ ਹੈਗਾ, ਤੇ ਜੇ ਤੈਨੂੰ ਆਪਣੀ ਮਰਜ਼ੀ ਨਾਲ ਉਹਨੂੰ ਕਵਰ ਕਰੀ ਜਾਂਦੇ ਆ, ਢੱਕੀ ਜਾਂਦੇ ਆ, ਤੇ ਸੱਜਣਾ ਉਹ ਚੀਜ਼ ਨਹੀਂ ਉਹ ਕਿਤੇ ਜਾਣੀ, ਉੱਥੇ ਪਈ ਰਹਿ ਜਾਣੀ। ਹਾਂਜੀ ਨਿਜੋ ਸਾਹਿਬ। ਅੱਗੇ ਅਗਲਾ ਫਿਰ ਇੱਕ ਸ਼ਲੋਕ ਹੈ ਪੌੜੀ ਤੋਂ ਪਹਿਲਾਂ ਭਾਈ, ਤੀਸਰਾ ਸ਼ਲੋਕ ਹੋਰ ਲਗਾਇਆ ਆਪਾਂ ਮਹਾਰਾਜ ਨੇ। ਇਹ ਆਪਾਂ ਨੂੰ ਜਿਹੜਾ ਹੈਗਾ ਮੁਸਲਮਾਨ ਬਣਾਉਣ ਵਾਸਤੇ ਭਾਈ, ਮੁਸਲਮਾਨ ਦੀ ਡੈਫੀਨੇਸ਼ਨ ਦੇਣ ਵਾਸਤੇ, ਆਪਾਂ ਨੂੰ ਜਿਹੜੇ ਹੈਗੇ ਪਰਮਾਤਮਾ ਵਾਸਤੇ ਜਿਹੜਾ ਹੈਗਾ ਕਿਸ ਰਸਤੇ 'ਤੇ ਤੁਰਨਾ ਹੈ, ਕਿਵੇਂ ਆਪਾਂ ਸੱਚ ਦੇ ਨਾਲ ਜੁੜਨਾ ਹੈ। ਮਹੱਲਾ ਪਹਿਲਾ, 5 ਨਮਾਜ਼ਾਂ ਵਕਤ 5, ਪੰਜਾਂ ਪੰਜੇ 9। ਮੁਸਲਮਾਨ ਜਿਹੜੇ 5 ਨਮਾਜ਼ਾਂ ਪੜ੍ਹਦੇ ਆ, 5 ਵੇਲੇ ਦੀ ਨਮਾਜ਼ ਹੁੰਦੀ ਹੈ ਇਹਨਾਂ ਦੀ ਰੋਜ਼ ਦੀ, ਅਤੇ ਇਹਨਾਂ ਦੇ ਟਾਈਮ ਵੀ ਅਲੱਗ ਆ। ਇੱਕ ਸਵੇਰ ਦੀ ਨਮਾਜ਼ ਹੈ, ਫਜ਼ਲ ਦੀ ਨਮਾਜ਼ ਕਹਿੰਦੇ, ਪਤਾ ਨਹੀਂ, ਇਸ ਤਰ੍ਹਾਂ ਜਿਹੜੀਆਂ ਇਹਨਾਂ ਦੀਆਂ 5 ਨਮਾਜ਼ਾਂ ਆ, 5 ਹੀ ਟਾਈਮ ਹੈਗੇ ਆ, ਔਰ 5 ਦੇ ਅਲੱਗ ਨਾਮ ਹੈਗੇ ਆ। ਮਹਾਰਾਜ ਕਹਿੰਦੇ ਮੈਂ ਵੀ 5 ਨਮਾਜ਼ਾਂ ਤੈਨੂੰ ਦੱਸ ਦੇਣਾ ਹੈ ਭਾਈ। ਪਹਿਲਾ ਸੱਚ, ਜੇ ਤੇਰੇ ਕੋਲ ਸੱਚ ਆ ਤੇ ਭਾਈ ਪਹਿਲੀ ਨਮਾਜ਼ ਤੇਰੀ ਪੜ੍ਹੀ ਗਈ, ਤੇਰੇ ਕੋਲ ਪਹਿਲੀ ਨਮਾਜ਼ ਤੂੰ ਕਰ ਲਈ ਜੇ ਸੱਚ ਹੈਗੀ। ਪਹਿਲਾ ਸੱਚ ਹਲਾਲ
ਦੋਏ ਜੇ ਤੂੰ ਹਲਾਲ ਜਿਹੜਾ ਹੱਕ ਦੀ 10 ਨੌਆਂ ਦੀ ਕਮਾਈ ਖਾ ਰਿਹਾ ਆ ਤੇ ਤੇਰੀ ਦੂਜੀ ਨਮਾਜ਼ ਵੀ ਹੋ ਗਈ ਮਿੱਤਰਾ। ਤੀਜਾ ਖੈਰ ਖੁਦਾਏ, ਜੇ ਤੂੰ ਸਾਰਿਆਂ ਦੀ ਖੈਰ ਮੰਗ ਰਿਹਾ ਆ ਮਾਲਕ ਪਰਮਾਤਮਾ ਦੇ ਕੋਲੋਂ, ਸਾਰਿਆਂ ਦਾ ਭਲਾ ਚਾਹੁੰਦਾ ਤੇ ਤੀਸਰੀ ਨਮਾਜ਼ ਵੀ ਹੋ ਗਈ ਤੇਰੀ। ਪਹਿਲਾ ਸੱਚ, ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ। ਚੌਥੀ ਜਿਹੜੀ ਆ ਤੇਰੀ ਨੀਤ ਜਿਹੜੀ ਹੈਗੀ ਉਹ ਸਹੀ ਹੋਣੀ ਚਾਹੀਦੀ ਹੈ। ਨੀਤ ਤੇਰਾ ਮਨ ਜਿਹੜਾ ਹੈਗਾ, ਨੀਅਤ ਰਾਸ ਦਾ ਮਤਲਬ ਹੈ ਵੀ ਤੇਰੇ ਅੰਦਰ ਜਿਹੜਾ ਹੈਗਾ ਹਰੇਕ ਦੇ ਬਾਰੇ, ਹਰੇਕ ਨੂੰ ਜਿਹੜਾ ਹੈਗਾ ਤੇਰੇ ਅੰਦਰ ਜਿਹੜਾ ਹੈਗਾ ਹਰੇਕ ਨੂੰ ਤੇਰੀ ਵਧੀਕੀ, ਹਰੇਕ ਦੇ ਔਗੁਣ ਜਿਹੜੇ ਹੈਗੇ ਉਹਨਾਂ ਨੂੰ ਮਾਫ ਕਰਨ ਦੀ ਤੇਰੇ ਅੰਦਰ ਇੱਛਾ ਹੋਣੀ ਚਾਹੀਦੀ ਹੈ। ਤੇਰੀ ਨੀਤ ਐਸੀ ਹੋਣੀ ਚਾਹੀਦੀ। ਰਾਸ ਮਤਲਬ ਜਿਹੜਾ ਹੈਗਾ ਆ ਰਾਸ, ਸਹੀ ਮਤਲਬ ਜਿਹੜੀ ਹੈਗੀ ਆ ਸਾਫ਼ ਨੀਤ ਤੇਰੀ। ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ। ਪੰਜਵੀਂ ਜਿਹੜੀ ਹੈ ਪਰਮਾਤਮਾ ਦੀ ਸਿਫਤ ਸੁਨਾ ਬੰਦਗੀ ਹੈ। ਇਹ ਤੇਰੀਆਂ 5 ਨਮਾਜ਼ਾਂ ਹੋ ਗਈਆਂ। ਹਾਂਜੀ ਵੀਰ ਜੀ, 5 ਨਮਾਜ਼ਾਂ ਦੀ ਪਹਿਲਾਂ ਆਪਾਂ ਕਰੀਏ ਵਿਆਖਿਆ। ਲਓ ਜੀ, ਹੋਰ ਹੋ ਗਈ ਜੀ ਉਹ ਗੱਲ। ਤੇ ਤੁਹਾਡੇ ਪਾਠ ਨੂੰ ਵੀ ਜਿਹੜੀਆਂ 5 ਬਾਣੀਆਂ ਕਹੀ ਜਾਂਦੇ ਜੋ ਨਾ, ਉਹ ਵੀ ਆ ਗਈਆਂ ਵਿੱਚ ਹੀ। ਹਾਂ, ਉਹ ਕਹਿੰਦੇ ਜਦੋਂ ਸੋਚਦਾ ਹੈ ਕਿ 5 ਬਾਣੀਆਂ ਪੜ੍ਹ ਕੇ ਤੇ ਖੇਡ ਰੋਗ ਆ ਜਾਊਗੀ, ਕਹਿੰਦੇ ਫਿਰ ਤੈਨੂੰ ਆਹ ਤੁਕ ਪੜ੍ਹ ਲੈਣੀ ਚਾਹੀਦੀ। 5 ਨਮਾਜ਼ਾਂ ਵਕਤ ਪੰਜੇ 9। ਉਹ ਕਹਿੰਦੇ 5 ਵਕਤ ਦੀਆਂ ਨਮਾਜ਼ਾਂ ਹੈਗੀਆਂ, ਉਹਦੇ ਬਾਰੇ ਦੱਸਦੇ। ਪਹਿਲਾ ਸੱਚ, ਹਲਾਲ ਦੋਏ, ਤੀਜਾ ਖੈਰ ਖੁਦਾਏ। ਕਹਿੰਦੇ ਕਿ ਪਹਿਲੀ ਨਮਾਜ਼ ਇਹ ਹੈ ਕਿ ਤੇਰਾ ਪਾਠ ਪੜਿਆ ਤਾਂ ਕਬੂਲ ਹੈ ਕਿ ਤੇਰੇ ਜੀਵਨ 'ਚ ਸੱਚ ਹੋਣਾ ਚਾਹੀਦਾ ਹੈ। ਬਿਲਕੁਲ। ਦੂਸਰਾ ਹਲਾਲ ਹੋਣਾ ਚਾਹੀਦਾ ਹੈ। ਹਾਂ, ਮੈਂ ਤਾਂ ਆਪ ਜੀ ਨੂੰ ਪਹਿਲਾਂ ਵੀ ਕਿਹਾ ਵਾ ਕਿ ਬਾਣੀ ਪੜ੍ਹੀ ਤੁਹਾਡੀ ਕਬੂਲ ਨਹੀਂ ਹੋਣੀ, ਕਿਉਂਕਿ ਜੇ ਪੱਲੇ ਕੁਛ ਨਹੀਂ ਹੈਗਾ, ਬਿਲਕੁਲ ਜੀਵਨ ਤੋਂ ਉੱਚਾ ਨਹੀਂ ਹੋਇਆ ਤੂੰ ਬਾਣੀ ਕਹਿੰਦੀ ਹੈ ਪੜ੍ਹੇ ਲਿਖੇ ਕਿਆ ਹੋਏ, ਜੇ ਸਹਿਜ ਨਾ ਮਿਲਿਆ ਸੋਏ, ਹਰ ਕਾ ਨਾਮ ਨਹੀਂ ਜਪਤ ਗਵਾਰਾ, ਕਿਆ ਸੋਚਮ ਬਾਰੰਬਾਰਾ। ਬਾਣੀ ਸੱਚ ਆ, ਬਿਲਕੁਲ ਬਾਣੀ ਉਹਦੇ ਮਨਾ ਕਰ ਗਈ ਹੈ। ਹਾਂ, ਉਹ ਤਾਂ ਸਵੇਰੇ ਜਾ ਕੇ ਗੁਰਦੁਆਰੇ ਜਾ ਕੇ ਮੱਥਾ ਟੇਕ ਲਿਆ ਔਰ ਅਰਦਾਸ ਕਰ ਲਈ ਬਈ ਝੂਠ ਵੀ ਬੋਲਨੇ ਆ, ਬਈ ਜੇ ਝੂਠ ਵੀ ਨਪੈਨੇ ਆ, ਝੂਠ ਵੀ ਸਾਰਾ ਝੂਠ ਦੇ ਨਾਲ ਹੀ ਆ। ਕਹਿੰਦੇ ਪਰ ਤੈਂਡੇ ਹੈਗੇ ਆ, ਐਵੇਂ ਥੋੜੀ ਨਾ ਚੱਲਣਾ ਹੈ ਭਾਈ। ਹਾਂ, ਬਾਣੀ ਮਨਾ ਕਰ ਰਹੀ ਹੈ। ਬਾਣੀ ਤੇ ਕਹਿੰਦੀ ਕਨਫਿਊਜ਼ਨ ਕ੍ਰੀਏਟ ਨਹੀਂ ਕਰਨੀ, ਇਹਨੇ ਕਲੀਅਰ ਕਰਤਾ ਜੀ। ਠੀਕ ਹੈ ਜੀ, ਪਰ ਇਹ ਤੁਕ ਤੇ ਕਿਸੇ ਨੇ ਨਹੀਂ ਪੜ੍ਹਨੀ ਤੇ ਨਾ ਕਿਸੇ ਨੇ ਦੱਸਣੀ ਤੁਹਾਨੂੰ। ਦੂਰ ਵੀ ਨਹੀਂ ਆ 141 ਨੰਬਰ ਅੰਗ ਤੇ। ਮੈਨੂੰ ਤਾਂ ਲੱਗਦਾ ਨਹੀਂ ਇੱਥੇ ਕਿਸੇ ਨੇ ਕਥਾ ਕੀਤੀ ਹੋਣੀ, ਡਰਦੇ ਆ ਰੌਲਾ ਪੈ ਜਾਣਾ। ਫਿਰ ਉਹ ਕਹਿੰਦੇ ਆ ਕਿ ਖੈਰ ਖੁਦਾਏ, ਇਹ ਨਮਾਜ਼ ਅਦਾ ਕਰ। ਚੌਥੀ ਨੀਅਤ ਰਾਸ ਕਰ, ਨੀਅਤ ਰਾਸ ਮਨ ਤੇਰਾ ਜਿਹੜਾ ਹੈਗਾ ਸਾਰਿਆਂ ਦੇ ਵਾਸਤੇ ਜਿਹੜਾ ਸਾਫ਼ ਹੋਣਾ ਚਾਹੀਦਾ। ਮਨ ਦੇ ਵਿੱਚ ਤੇਰੇ ਖੋਟ ਨਹੀਂ ਹੋਣੀ ਚਾਹੀਦੀ। ਹਾਂਜੀ ਵੀਰ ਜੀ, ਕਹਿੰਦੇ ਤੇਰਾ ਪਾਠ ਪੜਿਆ ਤਾਂ ਕਬੂਲ ਹੀ ਜੇ ਤੇਰੀ ਨੀਅਤ ਸੱਚੀ ਹੈ। ਫਿਰ ਕਹਿੰਦੇ ਆ ਮਨ ਰਾਸ, ਪੰਜਵੀਂ ਸਿਫਤ ਸੁਣਾਏ। ਹਾਂ, ਪੰਜਵੀਂ ਸਿਫਤ ਸੁਣਾਇਆ। ਫਿਰ ਸਿਫਤ ਸਲਾਇਆ ਪਰਮਾਤਮਾ ਦੀ ਭਾਈ। ਹਾਂਜੀ, ਮਨ ਦੇ ਨਾਲ ਜਿਹੜਾ ਬੋਲਿਆ ਸਹੀ, ਮਨ ਦੇ ਨਾਲ ਮਨ ਪੰਜਵੀਂ ਸਿਫਤ ਸਲਾਏ। ਫਿਰ ਗੱਲ ਬਣਨੀ ਤੇਰੀ। ਆ ਸਭ ਕੁਝ ਜੇ ਤੂੰ ਕ੍ਰਾਈਟੇਰੀਆ ਪੂਰਾ ਕਰੇਗਾ। ਠੀਕ ਹੈ ਨਾ ਜੀ ਸਾਹਿਬ, ਅਗਲੀ ਤੁਕ ਬੋਲੋ। ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ। ਫਿਰ ਆ ਗਏ ਕਰਨੀ ਦੇ ਉੱਤੇ। ਕਲਮਾ ਪੜ੍ਹਦੇ ਹੁੰਦੇ ਆ, ਕਹਿੰਦੇ ਆ ਕਰਨੀ ਦਾ ਕਲਮਾ ਹੈ ਪਿਆਰਿਆ। ਜੇ ਤੇਰੇ ਕੋਲ ਕਰਨੀ ਹੈ, ਉਹ ਤੇਰੀ ਕਰਨੀ ਜਿਹੜੀ ਹੈਗੀ ਆ, ਤੇ ਤਾਂ ਤੂੰ ਜੇ ਤੇਰੇ ਕੋਲ ਆ ਜਿਹੜੀ ਹੈਗੀ ਆ ਉੱਪਰ ਜਿਹੜੇ ਗੁਣ ਤੇਰੇ ਅੰਦਰ ਤੈਨੂੰ ਦੱਸੇ ਆ ਤੇਰੀ ਇਹੀ ਜਿਹੀ ਕਰਨੀ ਹੈਗੀ, ਤੇ ਤੇਰਾ ਕਲਮਾ ਹੈ ਭਾਈ, ਤੇ ਆਖ ਕੇ ਤਾਂ ਮੁਸਲਮਾਨ ਸਦਾਏ, ਤਾਂ ਤੂੰ ਮੁਸਲਮਾਨ ਹੈ ਭਾਈ, ਤਾਂ ਤੂੰ ਅਖਵਾ ਸਕਦਾ ਹੈ। ਬਾਣੀ ਕਹਿੰਦੀ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਹ ਡਰ ਨਾਮ ਧਿਆਵਾ। ਕਹਿੰਦੇ ਜਿਹੜਾ ਸਿੱਖ ਅਖਾਉਂਦਾ ਆ ਤਾਂ ਅਖਵਾ ਸਕਦੇ ਆ ਜੇ ਧਿਆਨ ਦੇ ਵਿੱਚ ਜਾਂਦੇ ਆ ਸਵੇਰੇ ਉੱਠਦੇ ਸਾਰ। ਤਾਂ ਬਾਣੀ ਕਹਿ ਰਹੀ ਹੈ ਜੀ, ਚੌਥੀ ਪਾਤਸ਼ਾਹੀ ਕਹਿ ਰਹੀ ਹੈ। ਆਪਾਂ ਤਾਂ ਸਿੱਖ ਵੀ ਨਹੀਂ ਅਖਵਾ ਸਕਦੇ ਗੋਰਖੀ ਸਾਹਿਬ, ਜੇ ਆਪਾਂ ਬਾਣੀ ਦੇ ਹਿਸਾਬ ਦੇ ਨਾਲ ਜੇ ਡੈਫੀਨੇਸ਼ਨ ਲਈਏ
ਤੇ ਇਹ ਹਾਂ ਨਿੱਜਰ ਸਾਹਿਬ, ਹਾਂਜੀ। ਨਿੱਜਰ ਸਾਹਿਬ ਅੱਜ ਮੈਂ ਨਾ ਇੱਕ ਚੀਜ਼ ਤੁਹਾਨੂੰ ਦੱਸਦਾ, ਚਲੋ ਮੇਰੀ ਗੱਲ ਦਾ ਮਾਈਂਡ ਨਹੀਂ ਕਰਨਾ, ਮੇਰੀ ਇੱਕ ਵਿਚਾਰ ਆ। ਅੱਜ ਮੇਰੇ ਕੋਲ ਇੱਕ ਕੁੜੀ ਆਈ ਵਿਚਾਰੀ, ਉਹ ਕੁੜੀ ਦੀ ਉਮਰ ਹੋਊਗੀ ਉਹ 23-24 ਸਾਲ। ਉਹਨੂੰ ਵਿਚਾਰੀ ਨੂੰ ਸਿਰ ਤੇ ਕਹਿੰਦੇ ਦਮਾਲਾ ਸਜਾ। ਪਤਾ ਨਹੀਂ ਉਹ ਕੋਈ ਆਪਸ਼ਨ ਨਹੀਂ ਸੀ, ਪੈਸੇ ਨਹੀਂ ਹੈਗੇ ਸੀ ਉਹਨੂੰ ਪੜ੍ਹਨ ਵਾਸਤੇ, ਉਹ ਦਮਾਲਾ ਸਜਾਉਣਾ ਸੀ। ਨਿੱਜਰ ਸਾਹਿਬ ਉਹਦਾ ਅੱਧਾ ਮੱਥਾ ਇਹਦਾ ਵਾਲ ਹੀ ਝੜ ਗਏ ਉਹਦੇ, ਐਡੀ ਵੱਡੀ ਪੱਗ ਬੰਨ੍ਹਣੀ ਪੈ ਰਹੀ ਉਹਨੂੰ। ਪਰ ਨਿੱਜਰ ਸਾਹਿਬ ਇਹ ਚੀਜ਼ਾਂ ਤੇ ਹੈ, ਤੇ ਆਪਸ਼ਨ ਦਓ ਨਾ ਕਿ ਬੱਚੇ ਨੂੰ, ਕਿ ਯਾਰ ਬੱਚੇ ਤੈਨੂੰ ਜ਼ਰੂਰੀ ਨਹੀਂ ਆ ਬੰਨਣੀ। ਤੇ ਉਹ ਖਿੱਚ ਕੇ ਹੁਣ ਤੁਹਾਨੂੰ ਪਤਾ ਜਦੋਂ ਐਡੀ ਲੰਮੀ ਪੱਗ ਬੰਨਣੀ ਆ ਉਹ ਬੱਚੇ ਨੂੰ, ਤੇ ਉਹਨੂੰ ਕੋਈ ਥੋੜਾ ਜਿਹਾ ਹਲਕਾ ਦੇ ਦਿਓ ਵਿਚਾਰੇ ਨੂੰ, ਕਿ ਬੱਚੇ ਤੂੰ ਛੋਟੀ ਚੱਲ ਲੈ, ਜਾਂ ਕੋਈ ਈਜ਼ੀ ਕਰ ਦੇ, ਕਿ ਜਿਹਦੇ ਨਾਲ ਉਹ ਵਿਚਾਰੀ ਦੀ ਉਹਦੀ ਪਰਸਨੈਲਿਟੀ ਤੇ ਨਾ ਖਰਾਬ ਹੋਵੇ ਨਿੱਜਰ ਸਾਹਿਬ। ਤੇ ਉਹਦੇ ਵੇਖ ਲਓ ਵਿਚਾਰੀ ਦੇ ਅੱਧੇ ਵਾਲ ਦੇ ਝੜ ਗਏ। ਹੁਣ ਵਿਆਹ ਕਰਨਾ ਵਾ, ਹੁਣ ਉਹਦੇ ਵਾਲ ਲਾਉਣੇ ਪੈਣੇ। ਆਪ ਸਮਝ ਲਓ। ਮਤਲਬ ਬੁਰਾ ਨਾ ਮੰਨੋ ਮੇਰੀ ਗੱਲ ਦਾ, ਮੈਂ ਇਹ ਕਹਿਣਾ ਚਾਹੁੰਦਾ ਵਾ ਕਿ ਕੋਈ ਚੀਜ਼ਾਂ ਜਿੱਥੇ ਆ ਕਿ ਓਪਨ ਦਓ, ਉਹਨੂੰ ਮਜਬੂਰ ਨਾ ਕਰੋ ਅਗਲੇ ਨੂੰ ਕਿ ਇੱਥੇ ਤੁਸੀਂ ਪੜ੍ਹਨਾ ਵਾ ਤੇ ਵੀ ਆਹ ਸਾਡੀ ਕੰਪਲਸਰੀ ਆ, ਸਾਡਾ ਕ੍ਰਾਈਟੇਰੀਆ ਹੈਗਾ, ਤੁਸੀਂ ਇਹਨੂੰ ਫੋਲੋ ਕਰੋ। ਉਹਨੂੰ ਕਹੋ ਬੱਚੇ ਤੂੰ ਸਿਰ ਤੇ ਚੁੰਨੀ ਵੀ ਰੱਖ ਸਕਦੀ ਹੈ, ਚੁੰਨੀ ਚ ਕੀ ਪ੍ਰੋਬਲਮ ਹੈਗੀ ਹੈ। ਅਗਲੇ ਨੂੰ ਆਪਸ਼ਨ ਦਓ। ਉਹ ਕਹਿੰਦੀ ਮੇਰੀ ਮਜਬੂਰੀ ਸੀ ਕਿਉਂਕਿ ਮੇਰੇ ਕੋਲ ਆਪਸ਼ਨ ਨਹੀਂ ਹੈਗਾ, ਜੇ ਬੱਚੇ ਤਾਂ ਹੀ ਪੜ੍ਹਾ ਸਕਦੀ ਜਾਂ ਪੜ੍ਹ ਸਕਦੀ ਹਾਂ ਜੇ ਮੈਂ ਇਹ ਕ੍ਰਾਈਟੇਰੀਆ ਫੋਲੋ ਕਰਦੀ। ਦੇਖੋ ਸਾਧ ਸੰਗਤ ਜੀ, ਬਾਣੀ ਏਦਾਂ ਦੀ ਕੋਈ ਵੀ ਵਿਚਾਰਧਾਰਾ ਸਾਡੇ ਮਨ 'ਚ ਨਹੀਂ ਬਿਠਾਉਣਾ ਚਾਹੁੰਦੀ, ਸਾਨੂੰ ਮੁਕਤ ਕਰਨਾ ਚਾਹੁੰਦੀ ਹੈ। ਬਾਣੀ ਕਹਿੰਦੀ ਹੈ ਕਿ ਤੇਰੀ ਕਰਨੀ ਤੇ ਕਥਨੀ ਜਿਹੜੀ ਆ ਬਰਾਬਰ ਹੋਣੀ ਚਾਹੀਦੀ ਹੈ, ਫਰਕ ਨਹੀਂ ਹੋਣਾ ਚਾਹੀਦਾ। ਕਿਉਂਕਿ ਕਹੀ ਤੂੰ ਹੋਰ, ਕਰੇ ਤੂੰ ਕੁਝ ਹੋਰ, ਬੋਲੇ ਤੂੰ ਕੁਝ ਹੋਰ। ਇਹ ਦੋਨੋਂ ਚੀਜ਼ਾਂ ਜਿਹੜੀਆਂ ਵਾ ਇਹ ਦੋਨੋਂ ਸਾਹਮਣੇ ਹੋਣੀਆਂ ਚਾਹੀਦੀਆਂ। ਠੀਕ ਹੈ ਜੀ ਸਾਧ ਸੰਗਤ ਜੀ, ਮਾਈਂਡ ਨਹੀਂ ਕਰਨਾ। ਕੁਝ ਗੱਲ ਜੇ ਮੇਰੀ ਗਲਤ ਵੀ ਲੱਗੀ ਤੁਹਾਨੂੰ ਛੱਡ ਦਿਓ, ਤੁਸੀਂ ਚੰਗੀ ਹੈਗੀ ਤੇ ਚੱਕ ਲਓ, ਮਾੜੀ ਹੈਗੀ ਤੇ ਛੱਡ ਦਿਓ, ਕੋਈ ਜ਼ਰੂਰੀ ਨਹੀਂ ਹੈ। ਠੀਕ ਹੈ ਜੀ। ਕਹਿੰਦੇ ਆ ਫਿਰ ਜਦੋਂ ਤੇਰੀ ਕਰਨੀ ਤੇ ਕਥਨੀ ਦੋਨੋਂ ਬਰਾਬਰ ਹੋ ਗਈਆਂ ਤੇ ਫਿਰ ਤੂੰ ਮੁਸਲਮਾਨ ਕਹਾਉਣ ਦਾ ਹੱਕਦਾਰ ਹੈ। ਬਿਲਕੁਲ। ਉਦਾਂ ਤੂੰ ਮੁਸਲਮਾਨ ਨਹੀਂ ਹੈਗਾ। ਮੁਸੱਲੇ ਈਮਾਨ, ਜਿਸ ਇਨਸਾਨ ਦਾ ਜਿਹੜਾ ਧਰਮ ਸਬਤ ਹੈ, ਈਮਾਨ ਦਾ ਪੱਕਾ ਹੈ, ਉਹ ਮੁਸਲਮਾਨ ਹੈ। ਐਵੇਂ ਮੁਸਲਮਾਨ ਲਿਖ ਲਓ ਤੇ ਫਿਰ ਕਹਿੰਦੇ ਰਾਮ ਰਾਮ ਕਰਤਾ ਸਭ ਜੱਗ ਫਿਰੇ ਤੇ ਰਾਮ ਨਾ ਪਾਇਆ। ਅਗਲੇ ਬੰਨੇ ਉੱਤੇ ਜਿਸਾ ਬੋਲੋ। ਦੇਖੋ ਗੋਰਖੀ ਸਾਹਿਬ ਮਹਾਰਾਜ ਨੇ ਦੇਖੋ ਕੀ ਲਿਖਿਆ ਹੋਇਆ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਨਹੀਂ ਲਿਖਿਆ ਹੋਇਆ, ਮੁਸਲਮਾਨ। ਮੁਸਲਮਾਨ ਸਦਾਏ। ਮੁਸਲਮਾਨ ਕਿਹਨੂੰ ਕਹਿੰਦੇ ਆ? ਜਿਹਨੇ ਮੁਸਲ ਕਹਿੰਦੇ ਆ, ਜਿਹਨੇ ਆਪਣੇ ਮਾਣ ਨੂੰ ਜਿਹੜਾ ਹੈਗਾ, ਆਪਣੇ ਮਾਣ ਨੂੰ ਮੁਸਲ ਕਰ ਲਿਆ, ਮਾਣ ਆਪਣੇ ਮਾਣ ਨੂੰ ਬੰਨ ਲਿਆ, ਜਿਹਨੇ ਜਿਹੜਾ ਡਾਊਨ ਟੂ ਅਰਥ ਆ ਗਿਆ, ਉਹਨੂੰ ਕਹਿੰਦੇ ਆ ਮੁਸਲਮਾਨ। ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜਿਆਰ ਕੂੜਾ ਪੱਲੇ, ਕੂੜਾ ਕੂੜੀ ਪਾਏ। ਕਹਿੰਦੇ ਜਿੰਨੇ ਵੀ ਬਾਕੀ ਜਿਹੜੇ ਹੈਗੇ ਠੱਗੀ ਦੇ ਨਾਲ ਜਿਹੜੇ ਹੈਗੇ ਆ, ਆਹ ਜਿਹੜੀਆਂ ਮਹਾਰਾਜ ਨੇ 5 ਨਮਾਜ਼ਾਂ ਦੱਸੀਆਂ ਆ ਸਾਰੀਆਂ ਦੀਆਂ ਸਾਰੀਆਂ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ। ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜਿਆਰ ਕੂੜੇ ਪੱਲੇ, ਕੂੜੇ ਕੂੜੀ ਪਾਏ। ਕਹਿੰਦੇ ਜਿੰਨੇ ਵੀ ਇਹਨਾਂ ਨਮਾਜ਼ਾਂ ਤੋਂ ਸੱਖਣੇ ਹੈਗੇ ਆ ਪਾਏ, ਕੂੜਿਆਰ ਹੈ। ਜਿੰਨੇ ਵੀ ਹੈਗੇ ਝੂਠ ਦੇ ਨਾਲ ਆ ਪਾਏ, ਝੂਠ ਹੀ ਪੱਲੇ ਪੈਣਾ ਹੈ ਉਹਨਾਂ ਦੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਮੁਸਲਮਾਨ ਮਤਲਬ ਮੁਸੱਲੇ ਈਮਾਨ, ਜਿਸ ਇਨਸਾਨ ਦਾ ਧਰਮ ਬਰਕਰਾਰ ਹੈ, ਜਿਹੜਾ ਧਰਮ ਦੇ ਬੇਸ ਤੇ ਆਪਣਾ ਜੀਵਨ ਬਤੀਤ ਕਰਦਾ ਹੈ, ਉਹਨੂੰ ਮੁਸਲਮਾਨ ਕਹਿੰਦੇ ਨੇ। ਸਿੱਖ, ਆਪਾਂ ਜੇ ਸੋਚੀਏ ਆਪਾਂ ਸਿੱਖ ਰੱਖਣ ਦੇ ਨਾਲ ਸਿੱਖ ਹੋ ਗਏ ਆ, ਇਹ ਵੀ ਗੱਲ ਉਹੀ ਜੀ। ਸਿੱਖ ਉਹ ਆ ਜਿਹੜਾ ਸਿੱਖਦਾ ਹੈ, ਜਿਹੜਾ ਸਟੂਡੈਂਟ ਹੈ, ਜਿਹੜਾ ਹਰ ਦਿਨ ਅੱਗੇ ਵਧ ਰਿਹਾ। ਤੇ ਜੇਕਰ ਆਪਾਂ ਅੱਜ ਵੀ ਕੱਲ ਵਰਗੇ ਆ, ਪਰਸੋਂ ਵਰਗੇ ਆ, ਤੇ ਫਿਰ ਤੇ ਪ੍ਰੋਗਰੈਸ ਤੇ ਕੋਈ ਨਹੀਂ ਨਾ ਹੋਈ। ਆਪਾਂ ਤਾਂ ਉੱਥੇ ਬੈਠੇ ਭਾਵੇਂ ਤੇ ਜਿੱਥੇ ਮਰਜੀ, ਜੋ ਨਹੀਂ ਆ ਰਿਹਾ, ਕੋਈ ਇੰਪਰੂਵਮੈਂਟ ਨਹੀਂ ਹੋ ਰਹੀ, ਫਿਰ ਤੇ ਆਪਾਂ ਸਟਾਪ ਹੀ ਹੋ ਗਏ। ਡਿਵੈਲਪਮੈਂਟ ਤੇ ਹੈ ਨਹੀਂ ਆ, ਤੇ ਫਿਰ ਭਾਵੇਂ ਜੋ ਮਰਜੀ ਕਰੀ ਜਾਈਏ, ਆਊਟਪੁੱਟ ਹੀ ਨਹੀਂ। ਆਊਟਪੁੱਟ ਆਉਣੀ ਆ ਜਿਹੜੀ ਆ ਬਾਣੀ ਹੈਗੀ, ਜੋ ਗੁਰੂ ਦੀ ਸਿੱਖਿਆ ਹੈਗੀ। ਜੇ ਇਹ ਸਿੱਖਿਆ ਤੋਂ ਆਪਾਂ ਕੁਝ ਕੁੜਿਆਰ ਕੂੜੇ ਕੂੜ ਪਾਏ, ਜੇ ਸਿੱਖਿਆ ਲਵਾਂਗੇ ਤੇ ਇਹ ਸਿੱਖਿਆ ਅੱਗੇ ਚੱਲੀਏ। ਅੱਗੇ ਪੌੜੀ ਆ ਗਈ। ਪੌੜੀ
ਕਹਿੰਦੇ 2 ਰਸਤੇ ਹੈਗੇ ਭਾਈ। ਦੇਖੋ 2 ਰਸਤੇ ਹੈਗੇ, ਤੀਸਰਾ ਕੋਈ ਰਸਤਾ ਨਹੀਂ ਹੈਗਾ। ਇੱਕ ਸੱਚ ਦਾ ਵਿਆਜਣਾ ਹੈਗਾ, ਸੱਚ ਚੀਜ਼ ਨੂੰ, ਸੱਚ ਦੇ ਵਾਸਤੇ ਜਿਹੜਾ ਹੈਗਾ ਜੀਵਨ ਚਲਾਉਣਾ, ਆਪਣੇ ਜੀਵਨ ਦੀ ਗਤੀ ਸੱਚ ਵੱਲ ਨੂੰ ਲੈ ਕੇ ਜਾਣੀ ਆ। ਇੱਕ ਹੈਗੀ ਝੂਠ ਵੱਲ ਨੂੰ ਲੈ ਕੇ ਜਾਣੀ ਆ। ਇੱਕ ਹੈਗੀ ਨਾਮ ਵੱਲ ਨੂੰ ਜਿਹੜਾ ਹੈਗਾ, ਇੱਕ ਹੈਗੀ ਪਰਮਾਤਮਾ ਵੱਲ ਨੂੰ, ਬਾਹਰ ਕਾਮਨਾਵਾਂ ਵੱਲ ਜਾਣਾ। ਇੱਕ ਲਿਵ ਵਾਲਾ ਰਸਤਾ, ਇੱਕ ਧਾਤ ਵਾਲਾ ਰਸਤਾ ਹੈਗਾ। ਇੱਕ ਰਤਨ ਪਦਾਰਥ ਵਣਜ ਦੇ, ਇੱਕ ਕੱਚੇ ਦੇ ਵਪਾਰਾ। ਦੇਖੋ 2 ਹੈ। ਕਹਿੰਦੇ ਦੁਨੀਆ ਦੇ ਵਿੱਚ ਜਿਹੜੇ ਹੈਗੇ ਰਤਨ ਪਦਾਰਥ ਜਿਹੜੇ ਹੈਗੇ, ਕੀਮਤੀ ਪਦਾਰਥ, ਨਾਮ ਵਾਲਾ ਪਦਾਰਥ ਜਿਹੜਾ ਹੈਗਾ, ਗੁਣਾਂ ਵਾਲੇ ਗੁਣ ਪਰਮੇਸ਼ਰ ਦੇ ਜਿਹੜੇ ਹੈਗੇ, ਇੱਕ ਗੁਣਾਂ ਦੇ ਗਾਹਕ ਆ, ਗੁਣਾਂ ਦੀ ਖਰੀਦਦਾਰੀ ਕਰਦੇ ਆ। ਇੱਕ ਕੱਚੇ ਦੇ ਵਪਾਰੀ ਹੈਗੇ ਆ, ਉਹ ਮਾਇਆ ਦੀ, ਪਦਾਰਥਾਂ ਦੀ, ਸਵਾਦਾਂ ਦੀ, ਆਕਾਰ ਦੀ ਖਰੀਦਦਾਰੀ ਕਰਦੇ ਆ ਭਾਈ। ਸਤਿਗੁਰ ਤੁਠੈ ਪਾਈਨ ਅੰਦਰ ਰਤਨ ਭੰਡਾਰਾ। ਕਹਿੰਦੇ ਜਿਹੜੇ ਰਤਨ ਦੇ ਵਪਾਰੀ ਹੈਗੇ ਆ, ਉਹ ਗੁਰੂ ਬ੍ਰਹਮ ਗਿਆਨੀ ਜਿਹੜੇ ਹੈਗੇ, ਉਹਨਾਂ ਤੋਂ ਰਤਨ ਮਿਲਦੇ ਆ ਭਾਈ। ਗੁਰੂ ਖੁਸ਼ ਹੁੰਦਾ ਹੈ, ਰਤਨ ਦਿੰਦਾ ਹੈ ਭਾਈ। ਜਿਹੜੇ ਮੰਗਦੇ ਆ ਅੰਦਰ ਰਤਨ ਭੰਡਾਰਾ, ਉਹ ਕਹਿੰਦੇ ਭਾਈ ਤੇਰੇ ਅੰਦਰ ਹੀ ਹੈਗੇ ਰਤਨ, ਤੇਰੇ ਅੰਦਰ ਹੀ ਭੰਡਾਰ ਭਰੇ ਪਏ ਆ। ਵਿਣ ਗੁਰ ਕਿਨੇ ਨਾ ਲੱਦਿਆ, ਅੰਧੇ ਭੌਂਕ ਮੋਏ ਕੂੜਿਆਰਾ। ਕਹਿੰਦੇ ਬ੍ਰਹਮ ਗਿਆਨੀਆਂ ਤੋਂ ਬਗੈਰ, ਬ੍ਰਹਮ ਗਿਆਨ ਤੋਂ ਬਗੈਰ ਕਿਸੇ ਨੇ ਵੀ ਨਹੀਂ ਲੱਭਿਆ ਉਸ ਰਤਨ ਨੂੰ। ਅੰਧੇ ਕਹਿੰਦੇ ਅੰਨੇ ਜਿਹੜੇ ਹੈਗੇ ਟੱਪ ਕੇ ਲੰਘ ਜਾਂਦੇ ਆ, ਪਤਾ ਹੀ ਨਹੀਂ ਹੈ। ਆਪਣੀ ਉਮਰ ਜਿਹੜੀ ਮਨੁੱਖੀ ਜੂਨ ਜਿਹੜੀ ਹੈਗੀ ਗਲ ਜਾਂਦੀ ਆ, ਤੇ ਉਹ ਨਾਮ ਵਾਲਾ ਪਦਾਰਥ ਨਹੀਂ ਮਿਲਦਾ, ਗੁਣ ਲੈਂਦੇ ਨਹੀਂ ਹੈ। ਨਾਮ ਦੇ ਵਾਸਤੇ ਗੁਣ ਚਾਹੀਦੇ ਆ। ਵਿਣ ਗੁਰ ਕਿਨੇ ਨਾ ਲੱਦਿਆ, ਅੰਧੇ ਭੌਂਕ ਮੂਏ ਕੂੜਿਆਰਾ। ਮਨਮੁਖ ਦੂਜੇ ਪਚ ਮੂਏ, ਨਾ ਬੂਝੇ ਵਿਚਾਰਾ। ਮਨਮੁਖ ਜਿਹੜੇ ਆਪਣੇ ਮਨ ਦੇ ਪਿੱਛੇ ਚੱਲਦੇ ਆ ਭਾਈ, ਜਿਹੜੇ ਡੁਆਲਿਟੀ ਦੇ ਨਾਲ, ਦੁਆਇਤ ਦੇ ਨਾਲ, ਦੁਨੀਆ ਦੇ ਇਹ ਆਕਾਰ ਦੇ ਨਾਲ ਜਿਹੜੇ ਹੈਗੇ, ਕਹਿੰਦੇ ਪਚ ਜਾਂਦੇ ਇੱਥੇ ਹੀ। ਉਹਨਾਂ ਨੂੰ ਉਹ ਦੁਨੀਆ ਪਦਾਰਥ ਉਹ ਵੀ ਨਹੀਂ ਮਿਲਦੇ ਭਾਈ। ਉਹ ਵੀ ਇੱਥੇ ਦੇ ਇੱਥੇ, ਜਿਹੜਾ ਜੋ ਕੁਛ ਵੀ ਕਮਾਈ ਕੀਤੀ ਹੈ ਸਾਰੀ ਇੱਥੇ ਦੇ ਇੱਥੇ ਰਹਿ ਜਾਂਦੀ ਹੈ। ਜੋ ਖਾਧਾ ਪੀਤਾ ਹੈ ਉਹੀ ਜਿਹੜਾ ਨਾਲ ਜਾਂਦਾ, ਉਹੀ ਹੰਢਾ ਲਿਆ, ਬਾਕੀ ਸਾਰਾ ਖਤਮ ਹੈ। ਮਨਮੁਖ ਦੂਜੇ ਪਚ ਮੂਏ, ਨਾ ਬੂਝੇ ਵਿਚਾਰਾ। ਉਹ ਇਹ ਵਿਚਾਰ ਨੂੰ ਵੀ ਨਹੀਂ ਬੁੱਝਦੇ, ਗਿਆਨ ਲੈਂਦੇ ਨਹੀਂ ਆ ਤੇ ਸ਼ਿਫਟ ਹੁੰਦੇ ਨਹੀਂ ਆ ਭਾਈ। ਆਪਣੀ ਜਿਹੜੀ ਹੈਗੀ ਯਾਤਰਾ ਜਿਹੜੀ ਹੈਗੀ ਕੱਚ ਵੱਲੋਂ ਸੱਚ ਵੱਲ ਨੂੰ ਨਹੀਂ ਕਰਦੇ। ਉਹ ਇੱਕ ਸਵਾਜੋਂ ਦੂਜਾ ਕੋ ਨਹੀਂ, ਕਿਸ ਅੱਗੇ ਕਰੇ ਪੁਕਾਰਾ। ਕਹਿੰਦੇ ਇੱਕ ਪਰਮਾਤਮਾ ਤੋਂ ਬਗੈਰ ਦੂਸਰਾ ਜਿਹੜਾ ਹੈਗਾ ਕੋਈ ਨਹੀਂ ਹੈਗਾ। ਇਹ ਦੋਨੋਂ ਜਿਹੜੀਆਂ ਹੈਗੀਆਂ, ਸੱਚ ਔਰ ਕੱਚ ਦੀ ਜਿਹੜੀ ਖੇਡ ਹੈਗੀ ਆ, ਨੈਗੇਟਿਵਿਟੀ ਪੋਜ਼ਿਟਿਵਿਟੀ, ਇਹ ਸੰਸਾਰ ਦੇ ਨਿਰਾਕਾਰ, ਇਹਦਾ ਕੰਟਰੋਲਰ ਇੱਕ ਪਰਮਾਤਮਾ ਹੈਗਾ। ਉਸੇ ਕੋਲ ਪੁਕਾਰ ਕਰਨੀ ਹੈ। ਕਹਿੰਦੇ ਹੋਰ ਕਿਹਦੇ ਕੋਲ ਪੁਕਾਰ ਕਰਨਗੇ। ਇੱਕ ਸਵਾਜੋਂ ਦੂਜਾ ਕੋ ਨਹੀਂ, ਕਿਸੇ ਆਗੇ ਕਰੇ ਪੁਕਾਰਾ। ਇੱਕ ਨਿਰਤਨ ਸਦਾ ਭੌਂਕਦੇ, ਇੱਕ ਨਾ ਭਰੇ ਤੁਜਾਰਾ। ਇੱਕ ਜਿਹੜੇ ਕੱਚ ਦੇ ਨਾਲ ਲੱਗੇ ਹੋਏ ਆ, ਜਿਹੜੇ ਪਦਾਰਥਾਂ ਦੇ ਨਾਲ, ਕਹਿੰਦੇ ਉਹ ਤਾਂ ਭਾਈ ਨਿਰਤਨ ਜਿਹੜੇ ਹੈਗੇ, ਗਰੀਬ ਜਿਹੜੇ ਹੈਗੇ, ਉਹਨਾਂ ਦੇ ਕੋਲ ਕੁਛ ਵੀ ਨਹੀਂ ਹੁੰਦਾ। ਉਹਨਾਂ ਦੇ ਕੋਲ ਇੱਕ ਨਿਰਤਨ ਸਦਾ ਭੌਂਕਦੇ, ਹਮੇਸ਼ਾ ਜਿਹੜੇ ਹੈਗੇ ਆ ਇੱਧਰ ਉੱਧਰ ਜਿਹੜੇ ਹੈਗੇ ਕਰਮ ਕਾਂਡ ਕਰਦੇ ਫਿਰਦੇ ਆ। ਤੇ ਇੱਕ ਨਾ ਭਰੇ ਤੁਜਾਰਾ, ਇੱਕ ਜਿਹੜੇ ਹੈਗੇ ਉਹ ਨਾਮ ਧਨ ਦੇ ਨਾਲ ਜਿਹੜੇ ਹੈਗੇ ਉਹਨਾਂ ਦੇ ਭੰਡਾਰ ਭਰ ਜਾਂਦੇ ਆ। ਵਿਣ ਨਾਮ ਹੈ ਹੋਰ ਧਨ ਨਾਹੀ, ਹੋਰ ਵਿਖਿਆ ਸਭ ਛਾਰਾ। ਕਹਿੰਦੇ ਨਾਮ ਤੋਂ ਬਗੈਰ ਬਾਣੀ ਜਿਹੜੀ ਹੈਗੀ ਆ, ਬ੍ਰਹਮ ਗਿਆਨੀ ਜਿਹੜੇ ਹੈਗੇ, ਨਾਮ ਧਨ ਤੋਂ ਬਗੈਰ ਕਹਿੰਦੇ ਹੋਰ ਕੋਈ ਧਨ ਹੈ ਹੀ ਨਹੀਂ ਦੁਨੀਆ ਦੇ ਵਿੱਚ। ਬਾਕੀ ਜੋ ਵੀ ਧਨ, ਹੀਰੇ ਜਵਾਹਰਾਤ, ਜੋ ਕੁਛ ਵੀ ਦਿਸ ਰਹੇ ਆ, ਇਹ ਸਾਰੇ ਦੇ ਸਾਰੇ ਸੋਨਾ ਚਾਂਦੀ, ਜੋ ਵੀ ਧਨ ਹੈਗਾ ਵਿਖਿਆ ਹੈ, ਛਾਰ ਹੈਗੀ, ਇੱਥੇ ਹੀ ਹੈਗੀ। ਇਹਨੂੰ ਨਾ ਕੋਈ ਲਿਜਾ ਸਕਦਾ ਹੈ, ਇੱਥੇ ਹੈਗੀ, ਇੱਥੇ ਦੇ ਇੱਥੇ ਹੀ ਰਹਿਣਾ ਇਹਨੇ। ਨਾਨਕ ਆਪ ਕਰਾਏ ਕਰੇ ਆਪ, ਹੁਕਮੇ ਸਵਾਰਨ ਹਾਰਾ। ਕਹਿੰਦੇ ਉਹ ਮਾਲਕ ਪਰਮਾਤਮਾ ਦੀ ਖੇਡ ਹੈਗੀ ਭਾਈ। ਇਹ ਖੇਡ ਨੂੰ ਆਪ ਕੰਟਰੋਲ ਕਰ ਰਿਹਾ ਆ, ਆਪ ਕਰਾਉਂਦਾ ਆ, ਔਰ ਸਾਰੇ ਜੀਵਾਂ ਦੇ ਵਿੱਚ ਉਹ ਮਾਲਕ ਪਰਮਾਤਮਾ ਆਪ ਹੀ ਕਰਦਾ ਆ, ਔਰ ਹੁਕਮ ਦੇ ਨਾਲ ਜਿਹੜਾ ਹੈਗਾ ਸਵਾਰ ਲੈਂਦਾ ਹੈ। ਜਿਹੜਾ ਉਹਦਾ ਹੁਕਮ, ਜਿਹੜਾ ਜੋ ਮਾਲਕ ਨੇ ਹੁਕਮ ਰੱਖਿਆ ਹੈ ਬਈ ਸੱਚ ਦੇ ਨਾਲ ਜੁੜਨਾ ਹੈ, ਔਰ ਗਿਆਨ ਲੈ ਕੇ ਆਪਣੇ ਅੰਦਰ ਜਿਹੜਾ ਹੈਗਾ ਉਹ ਨਾਮ ਪਦਾਰਥ ਨੂੰ ਲੱਭਣਾ ਹੈ, ਆਪਣੇ ਵਿਚਾਰ ਬੰਦ ਕਰਨੇ ਆ, ਤੇ ਇਸ ਤਰੀਕੇ ਦੇ ਨਾਲ ਉਹ ਸਵਾਰ ਦਿੰਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ।
ਉਹ ਕਹਿੰਦੇ ਮਨ ਮੁਖ ਦੂਜੇ ਪੱਛ ਮੂਏ ਨਾ ਬੋਝੇ ਵਿਚਾਰ। ਫਿਰ ਉਹ ਕਹਿੰਦੇ ਕੁੜਿਆਰ ਦੇ ਵਿੱਚ ਹੀ ਬੰਦਾ ਜੀਵਨ ਬਤੀਤ ਕਰਦਾ। ਫਿਰ ਕਹਿੰਦੇ ਬ੍ਰਹਮ ਗਿਆਨੀਆਂ ਦੀ ਮਦਦ ਤੋਂ ਬਿਨਾਂ ਜਿਹੜਾ ਅੰਦਰ ਰਤਨ ਆ ਉਹ ਪ੍ਰਗਟ ਨਹੀਂ ਹੁੰਦਾ ਨਾ, ਬਿਲਕੁਲ। ਉਹ ਫਿਰ ਕਹਿੰਦੇ ਜਿਹੜੇ ਕੱਚੇ ਵਪਾਰੀ ਉਹ ਕਹਿੰਦੇ ਪਦਾਰਥਾਂ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਦੇ ਆ, ਤੇ ਜਿਹੜਾ ਕੰਮ ਕਰਨਾ ਹੁੰਦਾ ਉਹ ਤੇ ਪ੍ਰਾਪਤ ਕਰਦੇ ਨਹੀਂ, ਨਾ ਉਧਰ ਜਾਂਦੇ। ਤੇ ਫਿਰ ਉਹ ਕਹਿੰਦੇ ਨਾਮ ਤੋਂ ਬਗੈਰ ਕੋਈ ਧਨ ਨਹੀਂ ਹੈਗਾ। ਹਾਂ, ਇੱਕ ਨਿਰਧਨ ਮੈਂ ਦੱਸਿਆ ਨਾ ਆਪ ਜੀ ਨੂੰ, ਇੱਕ ਦਿਨ ਪਹਿਲਾਂ ਕਿਹਾ ਹੈ ਨਾ ਕਿ ਨਿਰਧਨ ਉਹ ਨਹੀਂ ਜਿਹਦੇ ਕੋਲ ਪੈਸੇ ਨਹੀਂ, ਨਿਰਧਨ ਉਹ ਜਿਹਦੇ ਕੋਲ ਰੱਬ ਦਾ ਨਾਮ ਨਹੀਂ। ਫਿਰ ਸਦਾ ਹੀ ਭੌਂਕਦੇ। ਫਿਰ ਬਾਣੀ ਫੇਰ ਕਹਿ ਰਹੀ ਹੈ ਵੀ ਨਾਵੇਂ ਹੋਰ ਧਨ ਨਹੀਂ, ਲੋ ਕਰੋ ਗੱਲ। ਕਹਿੰਦੇ ਰੱਬ ਦੇ ਨਾਂ ਤੋਂ ਬਿਨਾਂ ਹੋਰ ਕੋਈ ਧਨ ਹੀ ਨਹੀਂ ਹੈਗਾ, ਨਾ ਹੀ ਹੋਰ ਵਿਖਿਆ ਸਭ ਠਾਰਾ। ਬਾਕੀ ਸਾਰੀ ਵਿਖਿਆ ਕਰਾਏ ਕਰੇ, ਬਾਕੀ ਸਾਰੀ ਵਿਖਿਆ ਵਿਖਿਆ ਖਿਲਰੀ ਪਈ ਆ ਭਾਈ। ਕਹਿੰਦੇ ਸਵਾਹ ਹੈਗੀ ਜੋ। ਹਾਂ, ਵਿਖਿਆ ਕਹਿ ਲੋ ਗੋਰਖ ਸਾਹਿਬ, ਜਾਂ ਕਹਿ ਲੋ ਕਿ ਚੋਗਾ ਖਿਲ ਰਿਹਾ ਪਿਆ ਹੈ, ਫਸਾਉਣ ਦਾ ਚੋਗਾ। ਪ੍ਰਾਪਤ ਕੁਛ ਨਹੀਂ ਹੋਣਾ, ਸਮਾਂ ਤੁਹਾਡਾ ਲੰਘੀ ਜਾਣਾ। ਨਾਨਕ ਆਪ ਕਰਾਏ ਕਰੇ ਆਪੇ ਹੁਕਮ ਸਵਾਰਨ ਹਾਰ। ਤੇ ਸਹੀ ਹੈ ਜੀ, ਜਿਹੜਾ ਜੀ ਉਹਦੇ ਹੁਕਮ ਚ ਚੱਲ ਪੈਂਦਾ ਤੇ ਉਹਦਾ ਜੀਵਨ ਆਪੇ ਸੌਰ ਜਾਣਾ ਜੀ। ਬਿਲਕੁਲ ਉਹਦਾ ਧਰਮ ਤੇ ਬਸ ਅੱਜ ਦੀ ਵਿਚਾਰਨੇ ਚ ਸਭ ਇੱਥੇ। ਹਾਂ, ਦੋਨੋਂ ਵਪਾਰ ਮਾਲਕ ਕਰਾ ਰਿਹਾ, ਦੋਨੋਂ ਕੱਚ ਦਾ ਵੀ ਤੇ ਸੱਚ ਦਾ ਵੀ, ਦੋਨੋਂ ਗੇਮ ਚੱਲਣੀ ਆ, ਨੈਗੇਟਿਵਿਟੀ ਪੋਜ਼ਿਟਿਵਿਟੀ ਦੋਨੋਂ ਗੇਮ ਆ। ਹਾਂਜੀ ਨਿੱਜਰ ਸਾਹਿਬ, ਮਰਜ਼ੀ ਸਾਡੀ ਆ। ਹਾਂ, ਮਰਜ਼ੀ ਸਾਡੀ ਆ, ਬਿਲਕੁਲ ਸਹੀ ਗੱਲ ਹੈ। ਤੁਸੀਂ ਪਹਿਲਾਂ ਸੱਜਾ ਪੈਰ ਵੀ ਚੁੱਕ ਸਕਦੇ, ਤੁਸੀਂ ਖੱਬਾ ਵੀ ਚੁੱਕ ਸਕਦੇ, ਕੋਈ ਜ਼ਬਰਦਸਤੀ ਨਹੀਂ ਹੈਗੀ ਨਾ। ਬਿਲਕੁਲ ਸਹੀ ਹੈ। ਚੁੱਕਣਾ ਹੈ ਕਿ ਨਹੀਂ ਚੁੱਕਣਾ ਉਹ ਤੁਹਾਡੀ ਮਰਜ਼ੀ, ਇਹ ਫੈਸਲਾ ਤੁਹਾਡਾ। ਮਨ ਵੀ ਕੁਛ ਨਹੀਂ ਕਰ ਸਕਦਾ, ਆਖਰ ਚ ਫੈਸਲਾ ਤੁਹਾਡਾ ਹੈ, ਤੁਸੀਂ ਕਰਨਾ ਕਿ ਨਹੀਂ ਕਰਨਾ। ਜੇ ਕਰਨਾ ਤੇ ਆ ਆਊਗਾ, ਜੇ ਨਹੀਂ ਕਰੋਗੇ ਤੇ ਆ ਆਊਗਾ। ਅੱਜ ਦੀ ਵਿਚਾਰ ਇੱਥੇ ਸਮਾਪਤ ਜੀ। ਹਾਂਜੀ ਵੀਰ ਜੀ, ਬਹੁਤ ਵਧੀਆ ਜੀ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਅੰਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਿਵਾਜ ਬਾਣੀ ਪੜ੍ਹਦੇ ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਕਿਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਦਿਨ ਰੋਗਤਾ ਤੰਦਰੁਸਤੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਆ ਸੰਗੀਤ ਚੁੱਪ ਹੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।